देखो टू बी वेरी ऑनेस्ट मापे ਜਿਹੜੇ ਪੇਰੈਂਟਸ ਹੁੰਦੇ ਆ ਉਹ ਜ਼ਰੂਰ ਇੰਟਰਫੇਅਰ ਕਰਦੇ ਆ ਕਿ ਮੇਰਾ ਬੱਚਾ ਇਹ ਬਣੇ ਮੇਰਾ ਬੱਚਾ ਉਹ ਬਣੇ ਪਰ ਮੇਰਾ ਕੇਸ ਵੱਖਰਾ ਹੀ ਸੀ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੈਂ ਬਹੁਤ ਇੰਟਰੋਵਰਟ ਜਿਹਾ ਸੀਗਾ ਮੈਂ ਬਹੁਤ ਸ਼ਾਇਰ ਜਿਹਾ ਸੀਗਾ ਬੱਚਾ ਸਕੂਲ ਟਾਈਮਸ ਜੀ ਮੈਂ ਕਿਸੇ ਨੂੰ ਅਲਾਉ ਹੀ ਨਹੀਂ ਕਰਦਾ ਸੀ ਜਾਂ ਉਹ ਕੁਦਰਤੀ ਇਦਾਂ ਹੋਇਆ ਮੇਰੀ ਜ਼ਿਆਦਾ ਇੰਟਰਫੇਰੈਂਸ ਨਹੀਂ ਰਹੀ ਪੇਰੈਂਟਸ ਦੀ ਮੇਰੀ ਲਾਈਫ ਵਿੱਚ ਸੋ ਇਹ ਕਹਿੰਦੇ ਸੈਲਫ ਮੇਡ ਪਰਸਨ ਉਹ ਮੈਂ ਹੈਗਾ ਅਕਸਰ ਇੰਟਰਵਿਊਜ਼ 'ਚ ਪੁੱਛਿਆ ਜਾਂਦਾ ਜਾਂ ਮੈਂ ਵੀ ਪੁੱਛਦਾ ਲੋਕਾਂ ਨੂੰ ਕਿ ਤੁਹਾਡਾ 5 ਸਾਲ ਤੁਸੀਂ 5 ਸਾਲ ਬਾਅਦ ਕਿੱਥੇ ਵੇਖਦੇ ਹੋ ਤੁਸੀਂ ਆਪਣੇ ਆਪ ਮੈਂ ਉਹ ਕੁਐਸਚਨ ਹੀ ਡਿਲੀਟ ਕਰਤਾ ਮੈਂ ਡਿਕਸ਼ਨਰੀ ਮੈਂ ਨਹੀਂ ਪੁੱਛਦਾ ਤੁਹਾਨੂੰ ਅਗਲੇ ਪਲ ਦਾ ਹੀ ਨਹੀਂ ਪਤਾ ਹਾਊ ਕੈਨ ਯੂ ਥਿੰਕ ਕਿ ਆਪਾਂ 5 ਸਾਲ ਬਾਅਦ ਕਿੱਥੇ ਜਾਵਾਂਗੇ ਪੂਜਾ ਜੀ ਮੈਂ ਇੱਥੇ ਇੱਕ ਗੱਲ ਕਹਿਣਾ ਚਾਹੂੰਗਾ ਕਿ ਜਦੋਂ ਅਸੀਂ ਕੁਝ ਪਲੈਨਿੰਗ ਕਰਦੇ ਆ ਨਾ ਉਹਦੇ ਪਿੱਛੇ ਕੀ ਨੀਅਤ ਹੈ ਸਾਡੀ ਅਸੀਂ ਕਿਸੇ ਨੂੰ ਹਾਰਮ ਕਰਨ ਵਾਸਤੇ ਕੁਝ ਪਲਾਨ ਕਰ ਰਹੇ ਹਾਂ ਜਾਂ ਆਪਣੇ ਭਲੇ ਵਾਸਤੇ ਜਾਂ ਸੋਸਾਇਟੀ ਦੇ ਭਲੇ ਵਾਸਤੇ ਕੁਝ ਪਲਾਨ ਕਰ ਰਹੇ ਹਾਂ ਉਹ ਸਿਰੇ ਚੜੂਗਾ ਜੇ ਤੁਹਾਡੀ ਇੰਟੈਂਸ਼ਨ ਤੁਹਾਡੀ ਨੀਅਤ ਖਰਾਬ ਹੈ ਨਾ ਨੈਗੇਟਿਵ ਹੈਗੀ ਹੈ ਕਿਸੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਫਿਰ ਆਬਵੀਅਸਲੀ ਕੋਈ ਵੀ ਦੁਨੀਆ ਦੀ ਤਾਕਤ ਉਹ ਚੀਜ਼ ਹੋਣ ਵੀ ਨਹੀਂ ਦਊਗੀ ਮੈਨੂੰ ਜੇ ਘਰ ਵੀ ਮੇਰੇ ਮਦਰ ਨੇ ਵੀ ਮੈਨੂੰ ਜੇ ਥੱਪੜ ਮਾਰਿਆ ਹੋਵੇ ਜੇ ਮੈਂ ਪੜਨਾ ਮੈਂ ਅੱਗੋਂ ਕੁਝ ਨਹੀਂ ਕਹਿੰਦਾ ਕਈ ਤੇ ਬੱਚੇ ਅੱਜ ਕੱਲ੍ਹ ਦੇ ਜਿਹੜੇ ਉਹ ਅੱਗੋਂ ਬੋਲ ਦਿੰਦੇ ਬਿਲਕੁਲ ਮੈਂ ਨਹੀਂ ਕਰਦਾ ਸੀ ਮੈਂ ਫਿਰ ਚੁੱਪ ਕਰਕੇ ਜਾਂ ਤੇ ਬਹਿ ਜਾਂਦਾ ਸੀ ਜਾਂ ਮੈਂ ਆਪਣੇ ਆਪ ਨੂੰ ਦੁਬਾਰਾ ਮਾਰ ਲੈਂਦਾ ਹੁੰਦਾ ਸੀ ਅੱਜ ਕੱਲ੍ਹ ਦੇ ਜਿਹੜੇ ਬੱਚੇ ਹੈਗੇ ਉਹ ਅੱਗੋਂ ਐ ਕੁਝ ਕਹੋ ਨਾਲ ਹੀ ਗਾਲ ਕੱਢ ਦਿੰਦੇ ਉਹ ਚੀਜ਼ ਮੈਨੂੰ ਹੁਣ ਆਬਵੀਅਸਲੀ ਇਹ ਵੀ ਇੱਕ ਸਿੱਖਣ ਦਾ ਵੀ ਉਹ ਤਰੀਕਾ ਹੈਗਾ ਬਟ ਇਹ ਮੇਰੇ ਇਨਬਿਲਟ ਸੀਗਾ ਹੈ ਨਾ ਇਹ ਯੂਨੀਵਰਸ ਨੂੰ ਪਤਾ ਹੈ ਕਿ ਤੁਸੀਂ ਕਦੋਂ ਜਾਣਾ ਹੈ ਬਟ ਕਿੱਦਾਂ ਜਾਣਾ ਹੈ ਉਹ ਡਿਪੈਂਡ ਕਰਦਾ ਤੁਹਾਡੇ ਕਰਮਾਂ ਤੇ ਸੋ ਤੁਸੀਂ ਖੁਸ਼ ਹੋ ਜਾਂ ਤੁਸੀਂ ਉਦਾਸ ਹੋ ਇਹ ਤੁਹਾਡੇ ਕਰਮ ਹੈ ਤੁਹਾਡੇ ਐਕਸ਼ਨ ਹੈ ਤੁਹਾਡੀ ਸੋਚ ਹੈ ਤੁਸੀਂ ਸੈਕੰਡ ਪਰਸਨ ਤੇ ਨਾਟ ਈਵਨ ਮੈਂ ਤੇ ਇਹੀ ਕਹਿੰਦਾ ਹਸਬੈਂਡ ਵਾਈਫ 'ਚ ਵੀ ਜੇ ਕੁਝ ਹੁੰਦਾ ਨਾ ਤੁਸੀਂ ਥਰਡ ਪਰਸਨ ਨੂੰ ਵਿੱਚ ਲਿਆ ਕੇ ਗਲਤੀ ਕਰਦੇ ਹੋ ਤੇ ਇਹ ਤੁਹਾਡੇ ਤੇ ਹੈ ਕਿ ਵਾਈਫ ਨਾਲ ਵੀ ਨਹੀਂ ਬਣ ਰਹੀ ਇਟ ਮੀਨਸ ਇਟਸ ਯੂ ਆਰ ਐਟ ਫਾਲਟ ਤੁਹਾਡੀ ਵਾਈਫ ਫਾਲਟ ਤੇ ਨਹੀਂ ਆਪ ਵੀ ਜੇ ਤੁਸੀਂ ਇਕੱਲੇ ਵੀ ਬੈਠੇ ਹੋ ਨਾ ਨੈਗੇਟਿਵ ਹੋ ਸਮਾਈਲ ਕਰੋ ਦੇਖਣਾ ਤੁਹਾਡੀ ਵਾਈਬ੍ਰੇਸ਼ਨ ਤੁਹਾਡਾ ਔਰਾ ਜਿਹੜਾ ਉਹ ਚੇਂਜ ਹੋ ਜਾਏਗਾ ਕਿਉਂਕਿ ਸਮਾਈਲ 'ਚ ਇੰਨੀ ਪਾਵਰ ਹੈ ਲੋਕੀ ਨਹੀਂ ਸਮਝਦੇ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ ਕੀ ਹਾਲ ਚਾਲ ਪੂਜਾ ਜੀ ਮੈਂ ਬਹੁਤ ਵਧੀਆ ਤੁਸੀਂ ਦੱਸੋ ਕਿਵੇਂ ਹੋ ਮੈਂ ਪੋਜ਼ਿਟਿਵ ਬਹੁਤ ਘੈਂਟ ਨਜ਼ਾਰੇ ਅੱਜ ਤੁਹਾਨੂੰ ਲੱਗ ਨਹੀਂ ਰਿਹਾ ਮਤਲਬ ਪੋਜ਼ਿਟਿਵ ਜਿਹਾ ਮਾਹੌਲ ਹੋਇਆ ਸਟੂਡੀਓ ਦਾ ਬਿਲਕੁਲ ਲੱਗ ਵੀ ਰਿਹਾ ਹੈ ਉਸ ਦਾ ਕਾਰਨ ਵੀ ਹੈ ਹਾਂ ਉਸ ਦਾ ਕਾਰਨ ਤਾਂ ਹੈ ਕਾਰਨ ਕਿਉਂ ਆ ਉਹ ਵੀ ਦੱਸਾਂਗੇ ਪਰ ਜਿਹੜੇ ਅੱਜ ਸਾਡੇ ਸਟੂਡੀਓ ਦੇ ਵਿੱਚ ਗੈਸਟ ਆਏ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ ਉਹਨਾਂ ਕਰਕੇ ਹੀ ਅੱਜ ਜਿਹੜਾ ਸਟੂਡੀਓ ਦਾ ਮਾਹੌਲ ਆ ਪੋਜ਼ਿਟਿਵ ਹੋਇਆ ਆ ਨਹੀਂ ਪਹਿਲਾਂ ਵੀ ਰਹਿੰਦਾ ਆ ਪਰ ਅੱਜ ਜ਼ਿਆਦਾ ਆ ਉਹ ਪਹਿਲਾਂ ਵਿੱਚ ਕਿਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਟੀਚਰਾਂ ਜਾਂ ਫਿਰ ਲੜਾਈ ਕਰਕੇ ਫਿਰ ਮਾਹੌਲ ਥੋੜਾ ਜਿਹਾ ਉਦਾਂ ਦਾ ਹੋ ਜਾਂਦਾ ਪਰ ਅੱਜ ਕੋਸ਼ਿਸ਼ ਕਰਾਂਗੇ ਕਿ ਅਸੀਂ ਲੜੀਏ ਨਾ ਬਾਕੀ ਇਹਨਾਂ ਦਾ ਪਤਾ ਕੋਈ ਨਹੀਂ ਸੋ ਆਪਾਂ ਹੁਣ ਬਿਨਾਂ ਕਿਸੇ ਦੇਰੀ ਤੋਂ ਜਿਹੜੇ ਸਾਡੇ ਮਹਿਮਾਨ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਸਵਾਗਤ ਤੋਂ ਪਹਿਲਾਂ ਉਹਨਾਂ ਦੇ ਬਾਰੇ ਤੁਹਾਨੂੰ ਕੁਝ ਦੱਸਣਾ ਜ਼ਰੂਰ ਚਾਹਾਂਗੇ ਸਿਟੀ ਇੰਸਟੀਚਿਊਟ ਦੇ ਵਿੱਚ ਉਹ PR ਐਂਡ ਬ੍ਰਾਂਡ ਮੈਨੇਜਰ ਨੇ ਤੇ ਨਾਲ ਹੀ ਨਾਲ ਮੋਟੀਵੇਸ਼ਨਲ ਸਪੀਕਰ ਵੀ ਨੇ ਸੋ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਦਾ ਅੱਜ ਬਹੁਤ ਹੀ ਵਧੀਆ ਆਨੰਦ ਆਉਣ ਵਾਲਾ ਹੈ ਕਿਉਂਕਿ ਪੋਜ਼ਿਟਿਵ ਜੀਆਂ ਗੱਲਾਂ ਹੋਣਗੀਆਂ ਤੇ ਜ਼ਿੰਦਗੀ ਦੇ ਬਾਰੇ ਬਹੁਤ ਕੁਝ ਸੋਚਣ ਤੇ ਸਮਝਣ ਦੀ ਜਿਹੜੀ ਸ਼ਕਤੀ ਹੈ ਉਹ ਸਾਨੂੰ ਮੈਨੂੰ ਲੱਗਦਾ ਹੋਰ ਜ਼ਿਆਦਾ ਮਿਲੇਗੀ ਹੈ ਨਾ ਉਹਨਾਂ ਦਾ ਨਾਮ ਹੈ ਕੰਵਰਪ੍ਰੀਤ ਸਿੰਘ ਨਰੂਲਾ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਨੈਸ਼ਨਲ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਮਚ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਹੁਤ ਵਧੀਆ ਜੀ ਠੀਕ ਠਾਕ ਬਹੁਤ ਪੋਜ਼ਿਟਿਵ ਕਰੋਨਾ ਵਾਲਾ ਨਹੀਂ ਉਦਾਂ ਬਹੁਤ ਪੋਜ਼ਿਟਿਵ ਸਹੀ ਗੱਲ ਹੈ ਅੱਜ ਕੱਲ ਤਾਂ ਪੋਜ਼ਿਟਿਵ ਤੋਂ ਵੀ ਡਰ ਲੱਗਦਾ ਹੈ ਕਿਤੇ ਕਰੋਨਾ ਪੋਜ਼ਿਟਿਵ ਨਾ ਆ ਜਾਵੇ ਬਟ ਇਹ ਸੋਚ ਹੁੰਦੀ ਹੈ ਸੋਚ ਤੇ ਡਿਪੈਂਡ ਕਰਦਾ ਤੁਸੀਂ ਕੀ ਸੋਚਣਾ ਚਾਹੁੰਦੇ ਹੋ ਕਿਵੇਂ ਸੋਚਣਾ ਚਾਹੁੰਦੇ ਹੋ ਬਟ ਹੱਸਦੇ ਖੁਸ਼ਦੇ ਹੋ ਨਾ ਖੁਸ਼ ਰਹੋ ਹੱਸਦੇ ਰਹੋ ਹੋਰ ਕੁਝ ਨਹੀਂ ਚਾਹੀਦਾ ਲਾਈਫ ਵਿੱਚ ਜੀ ਬਹੁਤ ਸੋਹਣੀ ਗੱਲ ਹੈ ਤੇ ਕਵਰ ਜੀ ਅਸੀਂ ਗੱਲ ਕਰਾਂਗੇ ਤੁਹਾਡੀ ਲਾਈਫ ਦੇ ਬਾਰੇ ਤੇ ਮੋਟੀਵੇਸ਼ਨਲ ਸਪੀਕਰ ਬਣਨਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ ਕਿਉਂਕਿ ਲੋਕਾਂ ਨੂੰ ਕਿਸੇ ਚੀਜ਼ ਦੀ ਸਲਾਹ ਦੇਣੀ ਉਹਨਾਂ ਨੂੰ ਕਿਸੇ ਚੀਜ਼ ਬਾਰੇ ਸਮਝਾਉਣਾ ਉਸ ਚੀਜ਼ ਨੂੰ ਸਮਝਾਉਣ ਤੋਂ ਪਹਿਲਾਂ ਸਾਨੂੰ ਉਹਦੇ ਬਾਰੇ ਖੁਦ ਸਮਝ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਇੱਕ ਮੋਟੀਵੇਸ਼ਨਲ ਸਪੀਕਰ ਜਿਹੜਾ ਆ ਉਹ ਲੋਕਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਹੋਰ ਵੀ ਵਧੀਆ ਚੀਜ਼ਾਂ ਦੱਸਦਾ ਆ ਅਗਰ ਕੋਈ ਦੁੱਖ ਹੈ ਤਾਂ ਉਸ ਦੇ ਵਿੱਚੋਂ ਕਿਵੇਂ ਨਿਕਲਣਾ ਆ ਇਹ ਚੀਜ਼ਾਂ ਦੱਸਦਾ ਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਪਹਿਲੀ ਗੱਲ ਤਾਂ ਇਹ ਕਿ ਤੁਸੀਂ ਕਿਵੇਂ ਮੋਟੀਵੇਸ਼ਨਲ ਸਪੀਕਰ ਬਣੇ ਇਹਦਾ ਜਿਹੜਾ ਸਫ਼ਰ ਹੈ ਇੱਥੇ ਤੱਕ ਦਾ ਉਹ ਕਿਵੇਂ ਦਾ ਰਿਹਾ ਉਹ ਅਸੀਂ ਜ਼ਰੂਰ ਜਾਣਾਂਗੇ ਪਰ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹਾਂ ਤੁਹਾਡੇ ਬਚਪਨ ਤੋਂ ਕਿ ਬਚਪਨ ਦੇ ਵਿੱਚ ਹੀ ਲੱਗਿਆ ਸੀ ਕਿ ਮੈਂ ਮੋਟੀਵੇਸ਼ਨਲ ਸਪੀਕਰ ਬਣਨਾ ਆ ਜਾਂ ਫਿਰ ਘਰ ਦੇ ਵਿੱਚ ਮਾਹੌਲ ਇਦਾਂ ਦਾ ਸੀਗਾ
ਦੇਖੋ ਨਹੀਂ, ਘਰ ਦੇ ਵਿੱਚ ਕੋਈ ਮੇਰਾ ਐਜ਼ ਸੱਚ ਮੋਟੀਵੇਸ਼ਨਲ ਬੈਕਗਰਾਉਂਡ ਕੋਈ ਐਦਾਂ ਦਾ ਸਪੀਕਰ ਹੈ ਨਹੀਂ। ਬਚਪਨ ਮੇਰਾ ਜਿਵੇਂ ਆਮ ਬੱਚੇ ਹੁੰਦੇ ਮੈਂ ਵੀ ਉੱਦਾਂ ਦਾ ਹੀ ਸੀਗਾ ਐਂਡ ਬਹੁਤ ਕੁਝ ਹੱਸਦਿਆਂ ਖੇਡਦਿਆਂ ਬੀਤ ਗਿਆ। ਜੇ ਮੈਂ ਆਪਣੀ ਸਟੱਡੀਜ਼ ਦੀ ਗੱਲ ਕਰਾਂ, ਸਕੂਲ ਦੀ ਗੱਲ ਕਰਾਂ, ਤਾਂ ਮੈਂ ਬੋਰਨ ਐਂਡ ਬ੍ਰੌਟ ਅਪ ਜਲੰਧਰ ਤੋਂ ਹੀ ਹਾਂ ਅਤੇ ਮੇਰਾ ਸਕੂਲਿੰਗ MGN ਤੋਂ ਹੈ। ਪ੍ਰੀ ਨਰਸਰੀ ਤੋਂ 12ਵੀਂ ਤੱਕ ਮੈਂ MGN 'ਚ ਹੀ ਪੜ੍ਹਿਆ, ਆਦਰਸ਼ ਨਗਰ। ਐਂਡ ਮੈਂ ਬਹੁਤ ਹੀ ਕਹਿ ਲਓ ਕਿ ਸ਼ਾਏ ਇੰਟਰੋਵਰਟ ਸੌਰਟ ਆਫ ਬੱਚਾ ਸੀਗਾ, ਜਿਹੜਾ ਕਿਸੇ ਨਾਲ ਗੱਲ ਕਰਨ ਨਾਲ ਮੈਂ ਪਹਿਲੇ ਹੈਜ਼ੀਟੇਟ ਕਰਦਾ ਸੀ ਕਿ ਨਹੀਂ ਯਾਰ ਮੈਂ ਉਹਦੇ ਨਾਲ ਨਹੀਂ ਗੱਲ ਕਰਨੀ। ਆਈ ਡੋਂਟ ਨੋ, ਮੈਨੂੰ ਉਹ ਕੌਨਫੀਡੈਂਸ ਨਹੀਂ ਸੀਗਾ ਮੇਰੇ ਵਿੱਚ। ਉਹ 12ਵੀਂ ਤੱਕ ਜਦੋਂ ਪਹੁੰਚਿਆ ਮੈਂ ਕਾਮਰਸ ਲਿੱਤੀ ਸੀ ਐਂਡ ਮੇਰਾ ਇਹ ਆਦਤ ਸੀਗੀ ਮੈਂ ਸਭ ਤੋਂ ਅੱਗੇ ਜ਼ਰੂਰ ਬਹਿਣਾ ਕਲਾਸ ਵਿੱਚ, ਕਿਉਂਕਿ ਮੈਨੂੰ ਇੱਕ ਤਾਂ ਮੇਰੀਆਂ ਅੱਖਾਂ ਮੇਰੀ ਨਜ਼ਰ ਕਮਜ਼ੋਰ ਸੀਗੀ ਅਤੇ ਮੈਨੂੰ ਪਿੱਛੋਂ ਬਲੈਕ ਬੋਰਡ ਨਹੀਂ ਦਿਖਦਾ ਸੀ, ਪਰ ਮੈਨੂੰ ਇਹ ਸੀਗਾ ਕਿ ਮੈਂ ਆਪਣੇ ਟੀਚਰ ਦਾ ਫੇਵਰੇਟ ਸਟੂਡੈਂਟ ਹੁੰਦਾ ਨਾ, ਉਹ ਬਣਨਾ ਚਾਹੁੰਦਾ ਸੀ ਮੈਂ। ਨਹੀਂ ਮੈਂ ਸਾਡਾ ਕੋਈ ਇਦਾਂ ਦਾ ਇਰਾਦਾ ਨਹੀਂ ਸੀ। ਮੈਨੂੰ ਤਾਂ ਹੈਰਾਨਗੀ ਹੋ ਗਈ ਸੁਣ ਕੇ ਕਿ ਅੱਗੇ ਬੈਠਦੇ ਸੀ ਤੁਸੀਂ। ਅੱਗੇ ਬੈਠਦਾ ਮੈਂ ਤਾਂ ਉਹ ਖੂੰਜੇ ਜਾ ਕੇ ਬੈਠਦਾ ਸੀਗਾ। ਇਹਦਾ ਇੱਕ ਹੋਰ ਕਾਰਨ ਹੈ, ਜਿਹੜੇ ਪਿੱਛੇ ਬਹਿੰਦੇ ਨਾ ਉਹਨਾਂ ਨੂੰ ਗਾਲਾਂ ਪੈਂਦੀਆਂ, ਜਿਹੜੇ ਅੱਗੇ ਬਹਿੰਦੇ ਉਹ ਨਜ਼ਰਅੰਦਾਜ਼ ਹੋ ਜਾਂਦੇ ਆ। ਇਹ ਵੀ ਇੱਕ ਕਾਰਨ ਹੈ। ਹਾਂ, ਤੇ ਸਟੂਡੀਅਸ ਨਹੀਂ ਸੀਗਾ ਮੈਂ, ਬਟ ਸਟਿਲ ਮੈਂ ਮੈਥਸ ਰੱਖੀ ਸੀ 11ਵੀਂ 12ਵੀਂ 'ਚ ਕਾਮਰਸ ਦੇ ਨਾਲ, ਕਿਉਂਕਿ ਮੈਂ ਕਾਮਰਸ ਬੈਕਗਰਾਊਂਡ ਬਿਜ਼ਨਸ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ। ਮੇਰਾ ਬ੍ਰਦਰ, ਮੇਰੀ ਸਿਸਟਰ ਸਭ ਨੇ ਕਾਮਰਸ ਤੇ ਨਾਨ ਮੈਡੀਕਲ ਕੀਤਾ ਸੀ। ਮੈਨੂੰ ਵੀ ਸੀਗਾ ਕਿ ਚੱਲ ਆਪਾਂ ਵੀ ਕਰ ਲਈਏ ਹੈ, ਅਤੇ ਮੈਂ ਕਾਮਰਸ ਲਿੱਤਾ। ਬਹੁਤ ਮੁਸ਼ਕਿਲ ਨਾਲ ਮੈਂ ਮੈਥਸ ਪਾਸ ਕੀਤੀ ਹੈ 12ਵੀਂ ਦੇ ਵਿੱਚ। ਮੈਨੂੰ ਪਤਾ ਮੈਂ ਕਿੰਨਾ ਤਰਲੇ ਕਰ ਕਰਕੇ ਟਿਊਸ਼ਨਾਂ ਰੱਖ ਕੇ ਪੜ੍ਹਿਆ ਉਸ ਜ਼ਮਾਨੇ 'ਚ, ਈਅਰਸ ਬੈਕ। ਬਟ ਫਿਰ ਹੌਲੀ ਹੌਲੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੋਟੀਵੇਸ਼ਨਲ ਸਪੀਕਰ ਦਾ ਸਫ਼ਰ ਹੁਣ ਤੱਕ ਮੈਂ ਨਹੀਂ ਸੋਚਿਆ ਸੀ। ਇਨਫੈਕਟ ਫਿਰ ਮੈਂ ਗ੍ਰੈਜੂਏਸ਼ਨ ਜਦੋਂ ਮੈਂ DAV ਕਾਲਜ ਵਿੱਚ ਪੜ੍ਹਿਆ, ਮੇਰੀ ਗ੍ਰੈਜੂਏਸ਼ਨ ਉੱਥੇ ਸੀਗੀ। ਗ੍ਰੈਜੂਏਸ਼ਨ 'ਚ ਮੈਂ ਕਾਮਰਸ BCom ਚੂਜ਼ ਕੀਤੀ ਸੀ, ਕਿਉਂਕਿ ਐਜ਼ ਆਲਵੇਜ਼ ਕਿਉਂਕਿ ਕਾਮਰਸ ਕੀਤੀ ਹੈ ਤਾਂ ਉਸ ਤੋਂ ਬਾਅਦ ਤੁਸੀਂ BCom ਹੀ ਕਰਨੀ ਹੈ। ਬਟ ਮੇਰਾ ਇੰਟਰਸਟ ਨਹੀਂ ਸੀਗਾ ਉਸ ਚੀਜ਼ ਦੇ ਵਿੱਚ। ਅਕਾਊਂਟਸ, ਡੈਬਿਟ, ਕ੍ਰੈਡਿਟ ਉੱਤੋਂ ਹੀ ਲੰਘ ਜਾਂਦਾ ਸੀ ਮੇਰੇ ਅਕਾਊਂਟਸ। ਫਿਰ ਉਦੋਂ ਉੱਥੇ ਜਰਨਲਿਜ਼ਮ ਦਾ ਕੋਰਸ ਨਵਾਂ ਸ਼ੁਰੂ ਹੋਇਆ ਸੀ DAV ਕਾਲਜ ਵਿੱਚ। ਜਰਨਲਿਜ਼ਮ ਦਾ ਜੇ ਨਹੀਂ ਪਤਾ ਸੀ, ਅਖਬਾਰਾਂ ਕੀ ਹੁੰਦੀਆਂ ਨੇ ਹੈ ਨਾ, ਕੌਣ ਲਿਖਦਾ ਹੈ, ਫੋਟੋਗ੍ਰਾਫ ਕਿਵੇਂ ਕਲਿੱਕ ਕਰੀਦੀ, ਕੁਛ ਨਹੀਂ ਪਤਾ ਸੀ ਆਈਡੀਆ। ਪਰ ਮੈਂ ਇਹ ਜ਼ਰੂਰ ਸੋਚਦਾ ਸੀ ਕਿ ਆਪਾਂ ਰਿਸਕ ਲਈਦਾ ਲਾਈਫ ਵਿੱਚ, ਰਿਸਕ ਲੈਣਾ ਚਾਹੀਦਾ। ਉਦੋਂ ਮੈਨੂੰ ਯਾਦ ਹੈ DAV ਕਾਲਜ ਦੇ ਵਿੱਚ ਸਿਰਫ ਜਰਨਲਿਜ਼ਮ ਡਿਪਾਰਟਮੈਂਟ ਵਿੱਚ AC ਹੁੰਦਾ ਸੀ, ਅਤੇ ਅਰਾਊਂਡ 6-7 ਬੱਚੇ ਸੀਗੇ ਉਦੋਂ ਮੇਰੇ ਬੈਚ ਵਿੱਚ। ਅਤੇ ਉੱਥੋਂ ਦੇ ਜਿਹੜੇ ਮੈਡਮ ਸ਼ਾਇਨਾ ਹੈਗੇ ਨੇ, ਉਹਨਾਂ ਦੇ ਮੇਰੀ ਪਹਿਲੇ ਟੀਚਰ ਰਹੇ ਨੇ। ਉਹਨਾਂ ਨੇ ਮੈਨੂੰ ਕਿਤੇ ਦੇਖਿਆ ਹੋਣਾ ਮੈਂ ਐਂਕਰਿੰਗ ਕਰ ਰਿਹਾ ਕਿਸੇ ਸਟੇਜ ਸ਼ੋਅ 'ਤੇ। ਉਹ ਮੇਰੇ ਕੋਲ ਇੱਕ ਦਿਨ ਆਏ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਤੁਹਾਡੇ ਵਿੱਚ ਸਪਾਰਕ ਬਹੁਤ ਹੈ। ਅਤੇ ਉਹ ਭਾਵੇਂ ਮੈਨੂੰ ਹੁਣ ਲੱਗਦਾ ਕਿ ਉਦੋਂ ਐਡਮਿਸ਼ਨ ਗ੍ਰੈਬ ਕਰਨ ਵਾਸਤੇ ਉਹਨਾਂ ਨੇ ਚੀਜ਼ ਕਹੀ ਸੀ, ਬਟ ਫਿਰ ਮੈਂ 1-2 ਹੋਰ ਲੋਕਾਂ ਨਾਲ ਸਲਾਹ ਕੀਤੀ ਤਾਂ ਉਹ ਕਹਿੰਦੇ ਨਹੀਂ, ਇਹ ਕੋਰਸ ਅੱਜ ਦੇ ਜਿਵੇਂ ਟ੍ਰੈਂਡਿੰਗ ਕੋਰਸ ਹੈਗਾ ਅਤੇ ਤੁਸੀਂ ਕਰ ਸਕਦੇ ਹੋ ਤੁਹਾਡਾ। ਕਿਉਂਕਿ ਮੈਨੂੰ ਬੋਲਣ ਦਾ ਬਹੁਤ ਸ਼ੌਂਕ ਸੀ। ਮੈਨੂੰ ਸੀਗਾ ਜਿਵੇਂ ਤੁਸੀਂ ਕਿਹਾ ਕਿ ਬਚਪਨ ਤੋਂ ਕੀ ਸੀਗਾ, ਮੈਨੂੰ ਮੇਰੀ ਕਮਿਊਨੀਕੇਸ਼ਨ ਸਕਿੱਲਸ, ਜਿਹੜੇ ਬੋਲਣ ਦਾ ਢੰਗ ਆ, ਉਹ ਮੈਨੂੰ ਬਹੁਤ ਵਧੀਆ ਲੱਗਦਾ ਸੀ ਕਿ ਹਾਂ ਨਹੀਂ ਮੇਰੀ ਇੰਗਲਿਸ਼ ਵਧੀਆ ਅਤੇ ਮੈਂ ਇਹਦੇ ਵਿੱਚ ਕੁਝ ਕਰਾਂਗਾ, ਮੈਂ ਸਟੇਜ 'ਤੇ ਬੋਲਾਂਗਾ ਜਾ ਕੇ, ਮੈਂ ਲੋਕਾਂ ਨਾਲ ਇੰਟਰੈਕਟ ਕਰਾਂਗਾ। ਬਟ ਫਿਰ ਹੌਲੀ ਹੌਲੀ ਜਾਂਦੇ ਫਿਰ ਮੈਂ ਜਰਨਲਿਜ਼ਮ 'ਚ ਐਡਮਿਸ਼ਨ ਲੈ ਹੀ ਲਈ। ਮੈਂ ਕਿਹਾ ਚੱਲ ਰਿਸਕ ਹੀ ਹੈ ਨਾ, ਲੈ ਲਾਂਗੇ, ਦੇਖ ਲਾਂਗੇ। ਅਦਰਵਾਈਜ਼ ਮੇਰੇ ਕੋਲ ਬਿਜ਼ਨਸ ਤਾਂ ਹੈ ਹੀ ਹੈ ਘਰ ਦਾ, ਜਿਵੇਂ ਲਾਸਟ ਆਪਸ਼ਨ ਹੁੰਦੀ ਆ। ਕੀਤਾ ਐਂਡ ਦੈਨ ਹੌਲੀ ਹੌਲੀ ਮੈਨੂੰ ਪਤਾ ਲੱਗਾ ਕਿ ਕੀ ਹੁੰਦਾ ਜਰਨਲਿਜ਼ਮ ਵਿੱਚ, ਕੀ ਲੋਕੀ ਜਿਹੜੇ ਜਰਨਲਿਸਟ ਹੈਗੇ ਉਹ ਕੀ ਕਰਦੇ ਆ ਬਾਹਰ ਜਾ ਕੇ। ਮੈਨੂੰ ਇੰਨਾ ਪਤਾ ਸੀ ਕਿ ਜਰਨਲਿਸਟ ਦੇ ਕੋਲ ਇੱਕ ਪਾਵਰ ਹੁੰਦੀ ਹੈ, ਇੱਕ ਤਾਕਤ ਹੁੰਦੀ ਹੈ, ਉਹ ਕੁਛ ਵੀ ਕਰ ਸਕਦਾ, ਕਿਸੇ ਨੂੰ ਇੱਥੇ ਵੀ ਚੜ੍ਹਾ ਸਕਦਾ ਅਤੇ ਕਿਸੇ ਨੂੰ ਇੱਥੇ ਵੀ ਲਾ ਸਕਦਾ। ਅਤੇ ਮੈਨੂੰ ਉਹ ਚੀਜ਼ ਬੜੀ ਇੰਟਰਸਟਿੰਗ ਲੱਗਦੀ ਸੀ। ਤੇ ਇੱਥੇ ਮੈਂ ਇੱਕ ਬਹੁਤ ਹੀ ਮੈਨੂੰ ਅਲਾਓ ਕਰੋ, ਮੈਂ ਥੋੜਾ ਇੱਕ ਕਿੱਸਾ ਸੁਣਾਉਣਾ ਚਾਹੂੰਗਾ। ਬਿਲਕੁਲ, ਅਸੀਂ ਤਾਂ ਬੈਠੇ ਹਾਂ ਸੁਣਨ ਵਾਸਤੇ ਤੇ ਤੁਸੀਂ ਸੁਣਾਉਣਾ ਹੈ ਅੱਜ ਤਾਂ। ਨਾਲੇ ਉਧਰ ਵੀ ਸੁਣਨਾ ਆ, ਅੱਜ ਮੋਟੀਵੇਟ ਹੋ ਕੇ ਬਾਹਰ ਨਿਕਲਣਾ, ਪੋਜ਼ਿਟਿਵ ਹੋ ਕੇ। ਇਹਨਾਂ ਨੂੰ ਇੰਨਾ ਕੁ ਮੋਟੀਵੇਟ ਜ਼ਰੂਰ ਕਰ ਦਿਓ ਕਿ ਪਤਲਾ ਹੋ ਜਾਵਾਂ। ਹਾਂ ਠੀਕ ਆ। ਨਹੀਂ ਦੇਖੋ, ਜੇ ਜਦੋਂ ਖੁਸ਼ੀ ਹੁੰਦੀ ਹੈ ਨਾ, ਹੁਣ ਜਿਵੇਂ ਉਹ ਲਾਲੀ ਵੀ ਆ ਜਾਂਦੀ ਆ ਔਰ ਬੰਦਾ ਹੋਰ ਫੁੱਲ ਜਾਂਦਾ। ਸੋ ਮੈਨੂੰ ਪਤਾ ਨਹੀਂ ਹੁਣ ਤੁਹਾਡੇ ਤੇ ਕੀ ਇੰਪੈਕਟ ਪਾਊਗਾ। ਕਿਹੜੀ ਖੁਸ਼ੀ ਭਾਰੀ ਹੈ ਇਹਨਾਂ ਦੇ ਉੱਤੇ। ਤੁਸੀਂ ਵੀ ਨਾਲ ਰਲ ਗਏ। ਚਲੋ ਤੁਸੀਂ ਕਿੱਸਾ ਸੁਣਾਓ। ਕਿੱਸਾ ਇਹ ਹੈ ਜੀ, ਆਪਣਾ ਜਦੋਂ ਮੈਂ ਬਚਪਨ 'ਚ ਮੇਰੇ ਗ੍ਰੈਂਡਮਾ ਅਤੇ ਭੂਆ ਜੀ ਸਾਡੇ ਨਾਲ ਹੀ ਰਹਿੰਦੇ, ਅਤੇ ਉਦੋਂ ਟੈਲੀਵਿਜ਼ਨ ਇੱਕ ਡੇਲੀ ਸੋਪਸ ਦਾ ਟ੍ਰੈਂਡ ਸੀ ਨਾ, ਉਹਦਾ ਗੋਪੀ ਬਹੂ, ਸਾਸ ਵੀ ਕਭੀ ਬਹੂ ਥੀ ਹੈ, ਤੁਲਸੀ, ਮੈਨੂੰ ਹਾਲੇ ਵੀ ਯਾਦ ਆ ਨਾਮ, ਪਾਰਵਤੀ, ਕਸੌਟੀ ਜ਼ਿੰਦਗੀ ਕੀ। ਇਹ ਸਵੇਰੇ 7 ਵਜੇ, ਸ਼ਾਮੀ 7 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਟੈਲੀਵਿਜ਼ਨ ਲੱਗਾ ਰਹਿਣਾ ਸੀ ਘਰ। ਹੁਣ ਸਾਰੇ ਉਹੀ ਦੇਖ ਰਹੇ ਅਤੇ ਮੈਨੂੰ ਵੀ ਮਜਬੂਰਨ ਉੱਥੇ ਬਹਿਣਾ ਪੈਂਦਾ ਸੀ। ਫਿਰ ਮੈਨੂੰ ਇੱਕ ਆਦਤ ਪੈ ਗਈ ਦੇਖਣ ਦੀ। ਫਿਰ ਮੈਨੂੰ ਜਦੋਂ ਮੈਂ ਇੰਨਾ ਸਟ੍ਰਿਕਟ ਸੀਗਾ ਕਿ ਮੈਂ ਭਾਵੇਂ ਮੇਰਾ ਅਗਲੇ ਦਿਨ ਐਗਜ਼ਾਮ ਹੈ, ਮੈਂ 7 ਤੋਂ 10 ਉਹ TV ਦੇਖਣਾ ਹੀ ਦੇਖਣਾ, ਮੈਂ ਮਿਸ ਨਹੀਂ ਕਰਦਾ ਸੀ। ਅੱਛਾ। ਤੇ ਇੰਨਾ ਸੀਗਾ। ਫਿਰ ਮੈਨੂੰ ਕਈਆਂ ਨੇ ਛੇੜਨਾ ਵੀ ਕਿ ਤੂੰ ਕੀ ਨਾ ਜਨਾਨੀਆਂ ਵਰਗੇ ਸ਼ੋਅ ਵੇਖਦਾ ਰਹਿੰਦਾ ਹੈ, ਤੂੰ ਬੈਠਾ ਹੈ। ਮੈਂ ਉਹਨਾਂ ਨੂੰ ਇਹ ਕਹਿੰਦਾ ਸੀ, ਜੇ ਮੇਲ ਐਕਟਰ ਉਹਦੇ ਵਿੱਚ ਹੈਗਾ, ਜੇ ਬੰਦੇ ਐਕਟਿੰਗ ਕਰ ਰਹੇ ਤਾਂ ਆਪਾਂ ਦੇਖ ਨਹੀਂ ਸਕਦੇ, ਉਹ ਸਾਡੇ ਵਾਸਤੇ ਤਾਂ ਕਰ ਰਹੇ ਹੋ। ਕਰਦਾ ਗਿਆ ਬਟ ਮੈਨੂੰ ਇਹ ਨਹੀਂ ਪਤਾ ਸੀ
ਕਿ ਜੇ ਮੈਂ ਟੈਲੀਵਿਜ਼ਨ ਦੇਖ ਰਿਹਾ, ਮੈਂ ਉਹ ਪ੍ਰੋਗਰਾਮ ਵੇਖ ਰਿਹਾ, ਤੇ ਇੱਕ ਦਿਨ ਮੈਨੂੰ ਮੌਕਾ ਮਿਲੂਗਾ ਉਹਨਾਂ ਨਾਲ ਗੱਲਬਾਤ ਕਰਨ ਦਾ, ਉਹਨਾਂ ਨਾਲ ਇੰਟਰਵਿਊ ਕਰਨ ਦਾ। ਉਹ ਹੋਇਆ ਕਿਉਂਕਿ ਜਦੋਂ ਮੈਂ ਗ੍ਰੈਜੂਏਸ਼ਨ BJMC ਸਟਾਰਟ ਕੀਤੀ ਤੇ ਉਦੋਂ ਸਾਡੇ ਇੱਕ ਮੈਡਮ ਟਾਈਮਜ਼ ਆਫ ਇੰਡੀਆ 'ਚ ਕੰਮ ਕਰਦੇ ਹੁੰਦੇ ਸੀ। ਉਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਵੀ ਲਿਖ। ਮੈਂ ਕਿਹਾ ਮੈਡਮ ਛੱਡੋ ਯਾਰ, ਮੈਂ ਤਾਂ ਕਾਪੀ ਦੇ ਪਿੱਛੇ ਲਿਖਣ ਵਾਲਾ ਆ, ਮੈਂ ਕੀ ਲਿਖਾਂਗਾ, ਮੈਨੂੰ ਲਿਖਣਾ ਹੀ ਨਹੀਂ ਆਉਂਦਾ, ਤੇ ਉਹ ਵੀ ਇੰਗਲਿਸ਼, ਠੀਕ ਹੈ। ਨੇ ਕਹਿੰਦੇ ਟਰਾਈ ਤੇ ਕਰ। ਮੈਂ ਫਿਰ ਇੱਕ ਦੋ, ਸਾਡਾ ਚੰਡੀਗੜ੍ਹ ਆਫਿਸ ਸੀਗਾ, ਮੈਂ ਉੱਥੇ ਇੱਕ ਦੋ ਸਟੋਰੀਜ਼ ਭੇਜੀਆਂ, ਪਰ ਉਹ ਨਹੀਂ ਲੱਗੀਆਂ, ਰਿਜੈਕਟ ਹੋ ਗਈਆਂ। ਤੇ ਜਦੋਂ ਰਿਜੈਕਸ਼ਨ ਮਿਲਦੀ ਹੈ ਪਹਿਲੀ ਪ੍ਰੋਫੈਸ਼ਨਲੀ, ਫਿਰ ਬੰਦਾ ਓਬਵੀਅਸਲੀ ਡੀਮੋਟੀਵੇਟ ਹੋ ਜਾਂਦਾ। ਬਟ ਮੈਨੂੰ ਉਹਨਾਂ ਨੇ ਥੋੜਾ ਇੱਕ ਪੰਪ ਕਰਕੇ ਰੱਖਿਆ ਕਿ ਨਹੀਂ ਤੂੰ ਕਰ। ਮੈਨੂੰ ਯਾਦ ਹੈ ਸਪਟੈਂਬਰ 9 2010 ਦੇ ਵਿੱਚ ਇੰਟਰਨੈਸ਼ਨਲ ਬੰਕਿੰਗ ਡੇ ਹੁੰਦਾ। ਜਦੋਂ ਦੁਬਾਰਾ ਦੱਸਿਓ। ਇੰਟਰਨੈਸ਼ਨਲ ਬੰਕਿੰਗ ਡੇ ਨਹੀਂ ਹੁੰਦਾ ਕਿੱਦਣ, ਇਹ ਦੱਸਿਓ। ਇਹ 9 ਸਪਟੈਂਬਰ ਨੂੰ ਹੁੰਦਾ। ਤੇ ਇਸ ਦਿਨ ਸਾਰੇ ਹੁਣ ਤੁਹਾਡੀ ਉਮਰ ਲੰਘ ਗਈ ਉਹ। ਹਾਂਜੀ, ਉਮਰ ਨਹੀਂ ਨਿਕਲੀ ਹਜੇ। ਹਾਂ, ਇਹ ਹੈ ਕਿ ਸਾਡਾ ਪੜਾਅ ਜ਼ਰੂਰ ਨਿਕਲ ਗਿਆ। ਇਦਾਂ ਲੱਗੋ ਸਕੂਲ ਵਾਲੀ, ਕਾਲਜ ਵਾਲੀ ਉਹ ਫੇਜ਼ ਨਿਕਲ ਗਿਆ। ਤੇ ਮਤਲਬ ਹੁਣ ਇਦਾਂ ਹੈ ਕਿ ਇਸ ਦਿਨ ਬੱਚੇ ਬੰਕ ਕਰ ਸਕਦੇ ਨੇ। ਬੰਕ ਸੋ 9 ਸਤੰਬਰ ਜਿਹੜਾ ਆ ਤੁਸੀਂ ਨੋਟ ਕਰ ਸਕਦੇ ਹੋ, ਇਸ ਦਿਨ ਬੰਕਿੰਗ ਡੇ ਹੁੰਦਾ ਹੈ, ਤੁਸੀਂ ਬੰਕ ਕਰ ਸਕਦੇ ਹੋ। ਬੰਕ ਕਰਨ ਦੀ ਇਹਨਾਂ ਦੀਆਂ ਗੱਲਾਂ 'ਚ ਨਹੀਂ ਹੋਣਾ। ਤੇ ਉਹਦੀ ਅਟੈਂਡੈਂਸ ਨਹੀਂ ਮਿਲਦੀ, ਪਹਿਲੇ ਦੱਸ ਰਿਹਾ, ਕਿਉਂਕਿ ਇਹ ਆਫੀਸ਼ੀਅਲੀ ਭਾਵੇਂ ਮਿਲਦੀ, ਇਹ ਵੀ ਤੁਹਾਨੂੰ ਦੱਸ ਦਈਏ। ਕਿਉਂਕਿ ਮੈਂ ਐਜੂਕੇਸ਼ਨ ਤੋਂ ਬਿਲੋਂਗ ਕਰਦਾ ਫੀਲਡ ਤੋਂ, ਤਾਂ ਮੈਂ ਆਬਵੀਅਸਲੀ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ ਲੋਕਾਂ ਨੂੰ। ਤੇ ਉਦੋਂ ਮੈਂ ਪਹਿਲੀ ਸਟੋਰੀ ਲਿਖੀ ਦੁਬਾਰਾ, ਕਿ ਬੱਚਿਆਂ ਨਾਲ ਗੱਲਬਾਤ ਕੀਤੀ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੰਟਰਨੈਸ਼ਨਲ ਬੰਕਿੰਗ ਡੇ ਤੇ। ਬਹੁਤ ਪੋਜ਼ਿਟਿਵ ਸਟੋਰੀ ਸੀਗੀ, ਆਬਵੀਅਸਲੀ ਕੌਣ ਨਹੀਂ ਕਰਨਾ ਚਾਹੂਗਾ ਬੰਕ। ਉਹ ਮੇਰੀ ਛਪ ਗਈ ਸਟੋਰੀ ਉਸੇ ਦਿਨ। ਮੇਰਾ ਜਦੋਂ ਉੱਥੇ ਨਾਮ ਆਇਆ, ਕੰਵਰਪ੍ਰੀਤ ਐਸ ਨਰੂਲਾ, ਇੱਕ ਤਾਂ ਨਾਮ ਤੋਂ ਇਦਾਂ ਲੱਗਦਾ ਸੀ ਜਿਵੇਂ ਬੜਾ ਸੀਨੀਅਰ ਜਰਨਲਿਸਟ ਹੈ ਨਾ, ਮੈਨੂੰ ਲੋਕੀ ਛੇੜਦੇ ਹੁੰਦੇ ਸੀ ਉਦੋਂ। ਪਹਿਲੀ ਸਟੋਰੀ ਆਈ, ਇੱਕ ਮਾਣ ਜਿਹਾ ਮਹਿਸੂਸ ਹੋਇਆ ਕਿ ਹਾਂ ਮੈਂ ਜਿਹੜਾ ਕੰਮ ਚੜਿਆ ਜਿਸ ਰਸਤੇ, ਮੈਨੂੰ ਵਧੀਆ ਲੱਗ ਰਿਹਾ ਹੁਣ ਕਿ ਮੇਰਾ ਇੱਕ ਨਾਮ ਆਇਆ, ਉਹ ਵੀ ਅੰਗਰੇਜ਼ੀ ਅਖਬਾਰ ਦੇ ਵਿੱਚ, ਟਾਈਮਜ਼ ਆਫ ਇੰਡੀਆ ਜਿਹੜਾ ਬ੍ਰਾਂਡ ਹੈ ਇੱਕ, ਉਹ ਕੀਤਾ। ਐਂਡ ਦੈਨ ਮੈਨੂੰ ਥੋੜਾ ਹੋਇਆ ਕਿ ਫਿਰ ਉਹਦਾ ਮੇਰਾ ਪਹਿਲਾ ਚੈੱਕ ਜਦੋਂ ਆਇਆ 636 ਰੁਪਏ ਆਇਆ ਸੀ, ਮੈਨੂੰ ਯਾਦ ਹੈ, ਆਪਣੀ ਕਮਾਈ 636 ਰੁਪਏ ਦੀ। ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਕਿ ਆਪਣੇ ਪੈਸੇ ਦੀ ਕਮਾਈ ਨੂੰ ਆਪ ਮਿਹਨਤ ਦੀ ਕਮਾਈ ਮੈਂ ਕਮਾ ਰਿਹਾ ਸੀ। ਫਿਰ ਇੱਕ ਇੰਨਾ ਦੌਰ ਆ ਗਿਆ ਸੀ, ਪੂਰੇ ਟਾਈਮਜ਼ ਆਫ ਇੰਡੀਆ ਜਲੰਧਰ ਦੇ ਵਿੱਚ ਮੇਰੀਆਂ 5-6 ਸਟੋਰੀਆਂ ਇੱਕੋ ਇਸ਼ੂ 'ਚ ਆਉਂਦੀਆਂ ਹੁੰਦੀਆਂ ਸੀ। ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਸੀ। ਇਹ ਗੱਲ ਮੈਂ ਕਿਉਂ ਕਹਿ ਰਿਹਾ, ਕਿਉਂਕਿ ਟੈਲੀਵਿਜ਼ਨ ਜਦੋਂ ਮੈਂ ਵੇਖਦਾ ਸੀ, ਸੈਲੀਬ੍ਰਿਟੀਜ਼ ਦੇਖਦਾ ਸੀ ਮੈਂ ਡੇਲੀ ਸੋਪ ਦੇ ਵਿੱਚ, ਮੈਨੂੰ ਟਾਈਮਜ਼ ਆਫ ਇੰਡੀਆ ਕਰਕੇ ਮੌਕਾ ਮਿਲਿਆ, ਮੈਂ ਉਹਨਾਂ ਦੀ ਇੰਟਰਵਿਊ ਕੀਤੀ, ਮੈਂ ਬੰਬੇ ਗਿਆ, ਉਹਨਾਂ ਨੂੰ ਮਿਲਿਆ। ਬੰਬੇ ਜਾ ਕੇ ਤੁਸੀਂ ਕਿਹਨਾਂ ਨੂੰ ਮਿਲੇ ਆ, ਇਹ ਜ਼ਰੂਰ ਪੁੱਛਾਂਗੇ, ਪਰ ਸਮਾਂ ਇੱਥੇ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ। ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ। ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ, ਤੇ ਸਾਡੇ ਅੱਜ ਦੇ ਮਹਿਮਾਨ ਨੇ ਕੰਵਰਪ੍ਰੀਤ ਸਿੰਘ ਨਰੂਲਾ। ਵਾਕਿਆ ਭਾਜੀ ਨਾਮ 'ਚ ਵਜ਼ਨ ਹੈ ਲੱਗਦਾ। ਅੱਛਾ, ਫਿਰ ਤੁਸੀਂ ਬੰਬੇ ਗਏ। ਹਾਂ, ਬੰਬੇ ਜਾ ਕੇ ਫਿਰ ਕੀ ਹੋਇਆ ਅੱਗੇ? ਦੇਖੋ, ਮੈਨੂੰ ਮੌਕਾ ਮਿਲਿਆ 2013 ਦੇ ਵਿੱਚ ਜਾਣ ਦਾ ਬੰਬੇ। ਮੇਰਾ ਇੱਕ ਫਰੈਂਡ ਹੈਗਾ ਗੌਰਵ, ਉਹ ਫਿਲਮਾਂ ਵਿੱਚ ਹੀ ਡਾਇਰੈਕਟ ਕਰਦਾ। ਉਹਨੇ ਮੈਨੂੰ ਇੱਕ ਦਿਨ ਕਿਹਾ ਕਿ ਚੱਲ ਚੱਲੀਏ। ਤੇ ਉਦੋਂ ਆਬਵੀਅਸਲੀ ਮੈਨੂੰ ਇੰਨਾ ਐਕਸਪੋਜ਼ਰ ਨਹੀਂ ਸੀਗਾ ਇੰਡਸਟਰੀ ਦਾ। ਮੈਂ ਕਿਹਾ ਚੱਲ ਠੀਕ ਹੈ, ਦੇਖ ਲੈਂਦੇ ਹਾਂ ਜਾ ਕੇ। ਪਰ ਮੈਨੂੰ ਇੰਨਾ ਜ਼ਰੂਰ ਸੀ ਕਿ ਜਿਹਦੇ ਨਾਲ ਮੈਂ ਗੱਲਬਾਤ ਕੀਤੀ ਅੱਜ ਤੱਕ, ਇੰਟਰਵਿਊ ਕੀਤੀ ਹੈ, ਉਹ ਮੈਨੂੰ ਕਦੀ ਨਾ ਨਹੀਂ ਕਰੂਗਾ ਜੇ ਮੈਂ ਉਹਨੂੰ ਕਿਹਾ ਕਿ ਤੂੰ ਆ ਜਾ ਸੈੱਟ ਤੇ ਨਾ। ਉਹੀ ਹੋਇਆ ਜਦੋਂ ਮੈਂ ਉੱਥੇ ਪਹੁੰਚਿਆ। ਇੱਕ ਹੁੰਦਾ ਤੁਸੀਂ ਪਲਾਨ ਕਰਕੇ ਜਾਂਦੇ ਹੋ, ਮੈਂ ਕੋਈ ਪਲਾਨਿੰਗ ਨਾਲ ਨਹੀਂ ਗਿਆ। ਮੈਂ ਉੱਥੇ ਗਿਆ, ਉੱਥੇ ਸਭ ਸੈਟਲ ਹੋਇਆ। ਇੱਕ ਸਾਡੇ ਮਨੋਜ ਭਾਜੀ ਹੈਗੇ, ਮਨੋਜ ਸੱਬਰਵਾਲ ਜੀ, ਉਹਨਾਂ ਨੇ ਸਾਰਾ ਅਰੇਂਜਮੈਂਟ ਕਰਕੇ ਦਿੱਤਾ ਸੀ। ਉੱਥੇ ਆਪਾਂ ਉੱਥੇ ਰਹੇ। ਫਿਰ ਮੈਂ ਐਵੇਂ ਇੱਕ ਦੋ ਫੋਨ ਘੁਮਾਏ, ਸਾਥ ਨਿਭਾਣਾ ਸਾਥੀਆ ਪਹਿਲਾਂ ਜਿਹੜਾ ਆਉਂਦਾ ਸੀ, ਉਹਨਾਂ ਦੇ ਸੈੱਟ ਨੂੰ ਫੋਨ ਕੀਤਾ, ਕੋਕਿਲਾ ਮੋਦੀ ਜਿਹੜੇ ਰੂਪਲ ਪਟੇਲ ਜੀ ਨੂੰ ਫੋਨ ਕੀਤਾ, ਵਿਸ਼ਾਲ ਹੈਗੇ ਉੱਥੇ, ਜਿਗਰ ਮੋਦੀ ਦਾ ਕਿਰਦਾਰ ਨਿਭਾਇਆ। ਉਹਨਾਂ ਨਾਲ ਮੇਰੀ ਗੱਲਬਾਤ ਹੋਈ ਤੇ ਉਹ ਕਹਿੰਦੇ ਆ ਜਾ ਯਾਰ, ਆਪਾਂ ਸੈੱਟ ਤੇ ਹੀ ਆ, ਹੈ ਨਾ, ਉਹ ਫੈਨਸ ਨੂੰ ਮਿਲਦੇ ਰਹਿੰਦੇ ਹੋਣੇ ਆ। ਤੇ ਬਟ ਮੈਂ ਜਦੋਂ ਉੱਥੇ ਗਿਆ, ਇੰਨਾ ਕੁ ਵਾਰਮ ਵੈਲਕਮ ਹੋਇਆ ਮੇਰਾ, ਮੈਨੂੰ ਲੱਗਾ ਹੀ ਨਹੀਂ ਕਿ ਮੈਂ ਪਹਿਲੀ ਵਾਰੀ ਉਹਨਾਂ ਨੂੰ ਮਿਲ ਰਿਹਾ। ਸੋ ਮੈਂ ਉਹਨਾਂ ਦੇ ਵੀ ਕਰ ਰਿਹਾ ਕਿ ਇੱਕ ਸਟੈਚਰ ਹੈ, ਇੱਕ ਉੱਥੇ ਪਹੁੰਚ ਚੁੱਕੇ ਆ, ਬਟ ਫਿਰ ਵੀ ਇੰਨੇ ਕਾਈਂਡ ਹਾਰਟਡ ਸਾਰਿਆਂ ਦੇ ਸਾਰੇ। ਉਹ ਮੈਨੂੰ ਬਹੁਤ ਵਧੀਆ ਲੱਗਾ। ਮੈਂ ਉੱਥੇ ਜਾ ਕੇ ਫਿਰ ਉਹਨਾਂ ਦੀ ਇੰਟਰਵਿਊ ਕੀਤੀ ਟਾਈਮਜ਼ ਆਫ ਇੰਡੀਆ ਵਾਸਤੇ। ਐਂਡ ਦੈਨ ਉਹ ਇੱਦਾਂ ਲੱਗ ਰਿਹਾ ਸੀ ਇੱਕ ਫੈਮਿਲੀ ਹੈਗੀ ਹੈ। ਐਂਡ ਮੈਂ ਉੱਥੇ 2-3 ਦਿਨ ਰਿਹਾ। ਫਿਰ ਮੈਂ ਕਾਮੇਡੀ ਸਰਕਸ ਉਦੋਂ ਆਉਂਦਾ ਸੀ, ਉਹ ਸੈੱਟ ਤੇ ਵੀ ਗਿਆ, ਉੱਥੇ ਵੀ ਸਾਰਿਆਂ ਨੂੰ ਮਿਲਿਆ ਮੈਂ। ਬਹੁਤ ਵਧੀਆ ਰਿਹਾ ਉਹ ਚੀਜ਼। ਬਟ ਮੈਂ ਇਹੀ ਕਹਿ ਰਿਹਾ, ਇੱਕ ਕ੍ਰੈਡਿਟ ਜਿਹੜਾ ਮੈਂ ਦੇਣਾ ਚਾਹੁੰਦਾ, ਉਹ ਮੈਂ ਟਾਈਮਜ਼ ਆਫ ਇੰਡੀਆ, ਜਿਹੜਾ ਮੇਰਾ ਸ਼ੁਰੂਆਤੀ ਦੌਰ ਤੇ ਜੋ ਮੈਂ ਸਿੱਖਿਆ ਹੈ ਜਾਂ ਜੋ ਮੇਰੀ ਇੰਡਸਟਰੀ ਦੇ ਵਿੱਚ ਕੰਟੈਕਟਸ ਬਣੇ ਆ, ਉਹ ਮੇਰੇ ਉਸ ਕਾਰਨ ਬਣੇ। ਵਾਹ ਭਾਜੀ, ਆਪਾਂ ਗੱਲ ਕਰਦੇ ਕਮਰਸ ਦੀ। ਤੁਹਾਨੂੰ ਫੈਮਿਲੀ ਵੱਲੋਂ ਪੁਸ਼ਅਪ ਕੀਤਾ ਗਿਆ ਸੀ ਕਿ ਕਮਰਸ ਪੜ੍ਹੋ, ਜਾਂ ਤੁਹਾਡਾ ਆਪਣਾ ਮਨ ਸੀ? ਦੇਖੋ, ਟੂ ਬੀ ਵੈਰੀ ਓਨੈਸਟ, ਮਾਪੇ ਜਿਹੜੇ ਪੇਰੈਂਟਸ ਹੁੰਦੇ ਆ ਉਹ ਜ਼ਰੂਰ ਇੰਟਰਫੇਅਰ ਕਰਦੇ ਆ ਕਿ ਮੇਰਾ ਬੱਚਾ ਇਹ ਬਣੇ, ਮੇਰਾ ਬੱਚਾ ਉਹ ਬਣੇ। ਬਟ ਮੇਰਾ ਕੇਸ ਵੱਖਰਾ ਹੀ ਸੀ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੈਂ ਬਹੁਤ ਇੰਟਰੋਵਰਟ ਜਿਹਾ ਸੀਗਾ, ਮੈਂ ਬਹੁਤ ਸ਼ਾਇਰ ਜਿਹਾ ਸੀਗਾ ਬੱਚਾ ਸਕੂਲ ਟਾਈਮ 'ਚ। ਮੈਂ ਕਿਸੇ ਨੂੰ ਅਲਾਓ ਹੀ ਨਹੀਂ ਕਰਦਾ ਸੀ, ਜਾਂ ਉਹ ਕੁਦਰਤੀ ਇੱਦਾਂ ਹੋਇਆ, ਮੇਰੀ ਜ਼ਿਆਦਾ ਇੰਟਰਫੇਰੈਂਸ ਨਹੀਂ ਰਹੀ ਪੇਰੈਂਟਸ ਦੀ ਮੇਰੀ ਲਾਈਫ ਵਿੱਚ। ਸੋ ਇਹ ਕਹਿੰਦੇ ਸੈਲਫ ਮੇਡ ਪਰਸਨ ਉਹ ਮੈਂ ਹੈਗਾ।
ਤੇ ਹਾਂ ਆਬਵੀਅਸਲੀ ਗਾਈਡੈਂਸ ਜ਼ਰੂਰ ਲਈ ਹੈ ਮੈਂ ਜੀ। ਐਂਡ ਦੈਨ ਮੇਰੇ ਸੀਨੀਅਰਸ ਤੋਂ ਲਈ ਹੈ, ਬਟ ਕਾਮਰਸ ਕਰਨ ਵਾਸਤੇ ਮੈਨੂੰ ਪੁੱਛ ਨਹੀਂ, ਕਿਉਂਕਿ ਮੈਨੂੰ ਬਿਜ਼ਨਸ 'ਚ ਜਾਣ ਦਾ ਮੈਨੂੰ ਕੋਈ ਇੰਟਰਸਟ ਹੈਗਾ ਹੀ ਨਹੀਂ, ਹੈ ਨਾ। ਸਾਡੇ ਕੱਪੜਿਆਂ ਦਾ ਬਿਜ਼ਨਸ ਹੈ ਜੀ, ਉੱਥੇ ਕੀ ਹੁੰਦਾ ਆਬਵੀਅਸਲੀ ਜਦੋਂ ਤੁਸੀਂ ਸ਼ਾਪਿੰਗ ਕਰਨ ਜਾਓ, ਹੈ ਨਾ, ਆਪਾਂ ਉੱਥੇ ਖੁਲਵਾ ਕੇ ਆ ਜਾਂਦੇ ਹਾਂ, ਲੈਣਾ ਨਹੀਂ ਲੈਣਾ ਉਹ ਵੱਖਰੀ ਗੱਲ ਹੈ। ਉਹ ਚੀਜ਼ ਮੈਨੂੰ ਨਹੀਂ ਵਧੀਆ ਲੱਗਦੀ ਸੀ, ਕਿਉਂਕਿ ਮੇਰਾ ਆਪਣਾ ਔਰਾ ਉਹ ਮੇਰਾ ਡਿਫਰੈਂਟ ਔਰਾ ਹੈ। ਸੋ ਉਹਦੇ ਕਰਕੇ ਮੈਂ ਜਦੋਂ ਸ਼ੁਰੂਆਤੀ ਮੈਨੂੰ ਕੋਈ ਫੋਰਸ ਨਹੀਂ ਕੀਤਾ ਕਿਸੇ ਨੇ, ਟੂ ਬੀ ਵੈਰੀ ਓਨੈਸਟ, ਮੈਂ ਆਪੇ ਹੀ ਕਾਮਰਸ ਲਿੱਤੀ। ਬਟ ਦੈਨ ਉਹ ਕਹਿੰਦੇ ਨਾ, ਮੈਂ ਆਈ ਬਿਲੀਵ ਆਪਾਂ ਫਲੋ ਦੇ ਨਾਲ ਚੱਲੀਏ, ਜੋ ਆ ਰਿਹਾ ਲਾਈਫ ਵਿੱਚ ਮੈਂ ਉੱਦਾਂ ਜਾਂਦਾ, ਰਾਈਟ। ਮੈਨੂੰ ਕੋਈ ਮੈਂ ਪਲਾਨ ਨਹੀਂ ਕਰਦਾ। ਅਕਸਰ ਇੰਟਰਵਿਊਜ਼ 'ਚ ਪੁੱਛਿਆ ਜਾਂਦਾ, ਜਾਂ ਮੈਂ ਵੀ ਪੁੱਛਦਾ ਲੋਕਾਂ ਨੂੰ ਕਿ ਤੁਹਾਡਾ 5 ਸਾਲ ਤੁਸੀਂ 5 ਸਾਲ ਬਾਅਦ ਕਿੱਥੇ ਵੇਖਦੇ ਹੋ ਤੁਸੀਂ ਆਪਣੇ ਆਪ ਨੂੰ। ਮੈਂ ਉਹ ਕੁਐਸਚਨ ਹੀ ਡਿਲੀਟ ਕਰਤਾ ਮੈਂ ਡਿਕਸ਼ਨਰੀ 'ਚੋਂ, ਮੈਂ ਨਹੀਂ ਪੁੱਛਦਾ। ਤੁਹਾਨੂੰ ਅਗਲੇ ਪਲ ਦਾ ਹੀ ਨਹੀਂ ਪਤਾ, ਹਾਊ ਕੈਨ ਯੂ ਥਿੰਕ ਕਿ ਆਪਾਂ 5 ਸਾਲ ਬਾਅਦ ਕਿੱਥੇ ਜਾਵਾਂਗੇ। ਸੋ ਉਹ ਚੀਜ਼ ਹੈ, ਗੋ ਵਿਦ ਫਲੋ। ਕਾਮਰਸ ਕੀਤੀ ਤੇ 3 ਮਹੀਨੇ ਮੈਨੂੰ ਨਹੀਂ ਵਧੀਆ ਲੱਗੀ, ਮੈਂ ਸ਼ਿਫਟ ਕਰ ਗਿਆ। ਬਟ ਇੱਕ ਸੀ ਕਿ ਰਿਸਕ ਲੈਣਾ, ਉਹ ਮੈਂ ਸਿੱਖਿਆ। ਹੌਲੀ ਹੌਲੀ ਹਰ ਸਟੇਜ ਤੇ ਮੈਨੂੰ ਲਰਨਿੰਗਸ ਮਿਲਦੀਆਂ ਰਹੀਆਂ। ਸੋ ਉਹ ਚੀਜ਼ ਹੈ ਕਿ ਮੈਨੂੰ ਕਿਸੇ ਨੇ ਇੱਦਾਂ ਕੋਈ ਇੰਟਰਫੇਰੈਂਸ ਵੀ ਨਹੀਂ ਸੀ, ਕਿਸੇ ਨੇ ਮੈਨੂੰ ਫੋਰਸ ਵੀ ਨਹੀਂ ਕੀਤਾ। ਮੈਂ ਜੋ ਕੀਤਾ ਅੱਜ ਤੱਕ ਆਪਣੀ ਲਾਈਫ ਵਿੱਚ, ਮੈਂ ਆਪਣੇ ਡਿਸੀਜਨਸ ਨਾਲ, ਆਪਣੀ ਗਾਈਡੈਂਸ ਸੀਨੀਅਰਸ ਨਾਲ ਤਾਂ ਆਬਵੀਅਸਲੀ ਹੁੰਦੀ ਹੈ, ਟੀਚਰਸ ਦੀ ਹੁੰਦੀ ਹੈ, ਉਹ ਕਰਕੇ ਡਿਸੀਜਨ ਮੇਰਾ ਆਪਣਾ ਹੁੰਦਾ ਸੀ ਆਫਟਰ ਆਲ। ਉਹ ਕਹਿੰਦੇ ਆ ਸੁਣੋ ਸਭ ਦੀ, ਕਰੋ ਆਪਣੀ, ਉਹ ਚੀਜ਼ ਉਹ ਸੀਗਾ। ਬਿਲਕੁਲ ਸਹੀ ਗੱਲ ਹੈ। ਤੇ ਅਸੀਂ ਨਾ ਵਿੱਚ ਹੁਣ ਮੈਨੂੰ ਲੱਗਦਾ ਕਿ ਤੁਹਾਡੀ ਲਾਈਫ ਦੇ ਬਾਰੇ ਤਾਂ ਗੱਲ ਕਰਨੀ ਹੈ, ਪਰ ਵਿੱਚ ਅਸੀਂ ਜ਼ਰੂਰ ਲਾਅ ਆਫ ਅਟਰੈਕਸ਼ਨ ਦੀ ਜਿੱਦਾਂ ਗੱਲ ਕਰ ਸਕਦੇ ਹਾਂ, ਤੇ ਜਾਂ ਹੁਣ ਤੁਸੀਂ ਜਿਵੇਂ ਕਹਿ ਕੇ ਹਟਿਓ ਕਿ ਫਲੋ ਦੇ ਨਾਲ ਚੱਲਣਾ ਚਾਹੀਦਾ ਹੈ, ਇੱਕ ਨਾ ਕਿ ਕੁਦਰਤ ਜੋ ਸਾਨੂੰ ਸਾਡੇ ਹੱਥੋਂ ਕਰਵਾਉਣਾ ਚਾਹੁੰਦੀ ਹੈ, ਸਾਨੂੰ ਉਸੇ ਵੇ ਦੇ ਨਾਲ ਚੱਲਣਾ ਚਾਹੀਦਾ। ਤੇ ਇਸੇ ਟੌਪਿਕ ਤੇ ਗੱਲ ਕਰ ਲੈਂਦੇ ਹਾਂ, ਬਾਕੀ ਜਿਹੜਾ ਅੱਗੇ ਹੌਲੀ ਹੌਲੀ ਚੱਲਦੇ ਵੱਧਦੇ ਹਾਂ। ਸੋ ਜੇ ਕੁਦਰਤ ਦੀ ਗੱਲ ਕਰੀਏ ਕਿ ਬਹੁਤ ਸਾਰੇ ਲੋਕ ਪਲੈਨਿੰਗ ਕਰ ਲੈਂਦੇ ਆ ਕਿ ਅਸੀਂ ਇੰਨੇ ਸਮੇਂ ਨੂੰ ਘਰ ਖਰੀਦ ਲਵਾਂਗੇ, ਇੰਨੇ ਸਮੇਂ ਨੂੰ ਕਾਰ ਖਰੀਦ ਲਵਾਂਗੇ, ਐਜੂਕੇਸ਼ਨ ਕੰਪਲੀਟ ਹੋਏਗੀ, ਸਟੱਡੀ ਕਰਕੇ ਫੋਰਨ ਚਲੇ ਜਾਵਾਂਗੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪਲੈਨਿੰਗਸ ਹੁੰਦੀਆਂ ਨੇ। ਤੇ ਪਰ ਦੇਖਿਆ ਵੀ ਗਿਆ ਕਿ ਅਕਸਰ ਕੁਝ ਲੋਕਾਂ ਦੀਆਂ ਪਲੈਨਿੰਗਸ ਕਾਮਯਾਬ ਹੋ ਜਾਂਦੀਆਂ ਨੇ, ਤੇ ਬਹੁਤੇ ਲੋਕਾਂ ਦੀਆਂ ਜਿਹੜੀਆਂ ਪਲੈਨਿੰਗਸ ਹੁੰਦੀਆਂ ਨੇ ਉਹ ਉੱਥੇ ਦੀਆਂ ਉੱਥੇ ਹੀ ਰਹਿ ਜਾਂਦੀਆਂ ਨੇ, ਹਨਾ। ਸੋ ਇਸ ਦਾ ਕੀ ਕਾਰਨ ਹੈ ਐਕਚੁਅਲ ਦੇ ਵਿੱਚ, ਕਿਉਂਕਿ ਲੋਕ ਸ਼ਾਇਦ ਉਸ ਚੀਜ਼ ਨੂੰ ਨਹੀਂ ਸਮਝ ਪਾ ਰਹੇ ਨੇ। ਤੁਹਾਡੇ ਪੁਆਇੰਟ ਆਫ ਵਿਊ ਨਾਲ ਕੀ ਹੋ ਸਕਦਾ? ਪੂਜਾ ਜੀ, ਮੈਂ ਇੱਥੇ ਇੱਕ ਗੱਲ ਕਹਿਣਾ ਚਾਹੂੰਗਾ ਕਿ ਜਦੋਂ ਅਸੀਂ ਕੁਝ ਪਲੈਨਿੰਗ ਕਰਦੇ ਹਾਂ ਨਾ, ਉਹਦੇ ਪਿੱਛੇ ਕੀ ਨੀਅਤ ਹੈ ਸਾਡੀ। ਅਸੀਂ ਕਿਸੇ ਨੂੰ ਹਾਰਮ ਕਰਨ ਵਾਸਤੇ ਕੁਝ ਪਲਾਨ ਕਰ ਰਹੇ ਹਾਂ, ਜਾਂ ਆਪਣੇ ਭਲੇ ਵਾਸਤੇ ਜਾਂ ਸੁਸਾਇਟੀ ਦੇ ਭਲੇ ਵਾਸਤੇ ਕੁਝ ਪਲਾਨ ਕਰ ਰਹੇ ਹਾਂ, ਉਹ ਸਿਰੇ ਚੜੂਗਾ। ਜੇ ਤੁਹਾਡੀ ਇੰਟੈਂਸ਼ਨ, ਤੁਹਾਡੀ ਨੀਅਤ ਖਰਾਬ ਹੈ ਨਾ, ਨੈਗੇਟਿਵ ਹੈਗੀ ਹੈ, ਕਿਸੇ ਨੂੰ ਨੁਕਸਾਨ ਪਹੁੰਚਾ ਸਕਦੀ ਆ, ਫਿਰ ਆਬਵੀਅਸਲੀ ਕੋਈ ਵੀ ਦੁਨੀਆ ਦੀ ਤਾਕਤ ਉਹ ਚੀਜ਼ ਹੋਣ ਵੀ ਨਹੀਂ ਦਊਗੀ। ਇਹ ਤੇ ਆਬਵੀਅਸਲੀ ਸਾਇੰਟੀਫਿਕਲੀ ਪ੍ਰੂਵਨ ਹੈ ਕਿ ਜੋ ਤੁਸੀਂ ਸੋਚਦੇ ਹੋ ਉਹ ਹੁੰਦਾ ਜ਼ਰੂਰ ਹੈ। ਲੇਕਿਨ ਹੁਣ ਜਿਵੇਂ ਲਾਅ ਆਫ ਅਟਰੈਕਸ਼ਨ ਦੀ ਗੱਲ ਕੀਤੀ, ਇੱਥੇ ਜਿਹੜਾ ਮੈਂ ਐਗਜ਼ਾਮਪਲ ਤੁਹਾਨੂੰ ਆਪਣਾ ਬਚਪਨ ਦਾ ਦੱਸਿਆ ਕਿ ਮੈਂ ਟੈਲੀਵਿਜ਼ਨ ਵੇਖਦਾ ਹੁੰਦਾ ਸੀ, ਹੁਣ ਜਾ ਕੇ ਮੈਨੂੰ ਥੋੜੇ ਸਾਲ ਪਹਿਲਾਂ ਰਿਅਲਾਈਜੇਸ਼ਨ ਹੋਈ ਕਿ ਜੋ ਮੈਂ ਦੇਖਦਾ ਹੁੰਦਾ ਸੀ ਉਦੋਂ, ਜੋ ਮੈਂ ਚਾਹੁੰਦਾ ਹੁੰਦਾ ਸੀ, ਉਹ ਆਟੋਮੈਟਿਕਲੀ ਜਦੋਂ ਮੈਂ ਉਹ ਸੋਚਣਾ ਸ਼ੁਰੂ ਕਰਤਾ ਕਿ ਹਾਂ ਮੈਂ ਇੱਕ ਦਿਨ ਇਹਨਾਂ ਨੂੰ ਮਿਲਾਂਗਾ, ਸੈਲੀਬ੍ਰਿਟੀਜ਼ ਨੂੰ ਮਿਲਾਂਗਾ, ਉਹ ਹੋਇਆ। ਇਟ ਇਜ਼ ਜੋ ਤੁਸੀਂ ਸੋਚਦੇ ਹੋ ਉਹ ਹੁੰਦਾ ਜ਼ਰੂਰ ਹੈ, ਲੇਕਿਨ ਮੇਰੀ ਜਿਹੜੀ ਸੋਚ ਸੀ ਪਿੱਛੇ, ਜਿਹੜਾ ਆਬਜੈਕਟਿਵ ਸੀ, ਉਹ ਬਹੁਤ ਪੋਜ਼ਿਟਿਵ ਸੀਗਾ। ਮੈਂ ਕਿਸੇ ਦਾ ਇਹਦੇ 'ਚ ਨੁਕਸਾਨ ਨਹੀਂ ਸੋਚਿਆ ਸੀ। ਐਂਡ ਅੱਜ ਤੱਕ ਮੈਨੂੰ ਨਹੀਂ ਲੱਗਦਾ, ਮੈਂ ਆਬਵੀਅਸਲੀ ਮੈਂ ਬੋਸਟ ਨਹੀਂ ਕਰ ਰਿਹਾ, ਮੈਂ ਅੱਜ ਤੱਕ ਕਿਸੇ ਨੂੰ ਹਾਰਮ ਕੀਤਾ ਹੋਵੇ, ਮੈਨੂੰ ਨਹੀਂ ਯਾਦ ਹੈਗਾ, ਜਾਂ ਮੈਂ ਕਿਸੇ ਨੂੰ ਗਾਲ ਵੀ ਕੱਢੀ ਹੋਵੇ, ਇਹ ਮੈਨੂੰ ਨਹੀਂ ਯਾਦ ਹੈਗਾ। ਸੋ ਮੈਨੂੰ ਯਾਦ ਹੈ ਇਹ ਚੀਜ਼, ਫਿਰ ਮੈਂ ਆਫ ਦਾ ਟਰੈਕ ਜਾ ਰਿਹਾ, ਇੱਕ ਹਾਸੇ ਵਾਲੀ ਗੱਲ ਹੈ। ਜਦੋਂ ਮੈਂ ਸਕੂਲ 'ਚ ਹੁੰਦਾ ਸੀ ਨਾ, ਮੈਨੂੰ ਯਾਦ ਹੈ ਇੰਨਾ ਜਾ ਹੋਊਂਗਾ ਮੈਂ ਅਰਾਊਂਡ 4-5 ਸਾਲਾਂ ਦਾ, ਮੈਨੂੰ ਜੇ ਕਿਸੇ ਨੇ ਇੱਥੇ ਥੱਪੜ ਮਾਰਿਆ ਹੋਣਾ ਨਾ ਖੱਬੇ ਪਾਸੇ, ਮੈਂ ਆਪਣੇ ਸੱਜੇ ਮਾਰਦਾ ਹੁੰਦਾ ਸੀ। ਕਿਉਂ? ਪਤਾ ਨਹੀਂ, ਆਈ ਡੋਨਟ ਨੋ। ਸੱਚੀ ਤੁਸੀਂ ਉਹ ਗਾਂਧੀ ਜੀ ਵਾਲੀ ਗੱਲ ਤੇ ਤਾਂ ਨਹੀਂ ਚੱਲਦੇ? ਮੈਂ ਚੱਲਦਾ ਨਹੀਂ ਹੈ, ਮੈਂ ਉਹੀ ਕਹਿ ਰਿਹਾ, ਇੱਕ ਇਹ ਇਨਬਿਲਟ ਕੁਆਲਿਟੀਜ਼ ਕਹਿ ਲਓ ਜਾਂ ਉਹ ਸੀਗੀਆਂ ਕਿ ਆਪਾਂ ਕਿਉਂ ਆਪਣੀ ਜ਼ੁਬਾਨ ਗੰਦੀ ਕਰੀਏ। ਹਾਂ, ਤੁਹਾਨੂੰ ਕੋਈ ਮਾਰਦਾ, ਤੁਸੀਂ ਅੱਗੋਂ ਗਾਲ ਕੱਢਤੀ ਉਹਨੂੰ, ਜਾਂ ਫਿਰ ਉਹਨੂੰ ਵੀ ਪੰਚ ਕਰਤਾ, ਕੀ ਫਾਇਦਾ ਹੋਇਆ, ਕੀ ਮਿਲਿਆ? ਕੁਝ ਨਹੀਂ ਮਿਲਿਆ। ਆਪਣੀ ਜਿਹੜੀ એનર્ਜੀ ਉਹ ਡਰੇਨ ਹੋਈ। ਇਹ ਚੀਜ਼ਾਂ ਮੈਂ ਕਰਦਾ ਹੁੰਦਾ ਸੀ, ਪਰ ਮੈਨੂੰ ਨਹੀਂ ਲੌਜੀਕਲੀ ਨਹੀਂ ਪਤਾ ਸੀਗਾ। ਜਿਸ ਬੰਦੇ ਨੇ ਤੁਹਾਨੂੰ ਇਸ ਤਰ੍ਹਾਂ ਮਾਰਿਆ, ਉਸ ਬੰਦੇ ਦੇ ਸਾਹਮਣੇ ਮਾਰਦੇ ਸੀ ਆਪਣੇ ਆਪ ਨੂੰ? ਹਾਂ, ਤੇ ਉਸ ਬੰਦੇ ਦਾ ਰਿਐਕਸ਼ਨ ਕੀ ਹੁੰਦਾ ਸੀ? ਮੈਨੂੰ ਜੇ ਘਰ ਵੀ ਮੇਰੇ ਮਦਰ ਨੇ ਵੀ ਮੈਨੂੰ ਜੇ ਥੱਪੜ ਮਾਰਿਆ ਹੋਵੇ, ਜੇ ਮੈਂ ਪੜ ਲਾਂ, ਮੈਂ ਅੱਗੋਂ ਕੁਝ ਨਹੀਂ ਕਹਿੰਦਾ। ਕਈ ਤੇ ਬੱਚੇ ਅੱਜ ਕੱਲ੍ਹ ਦੇ ਜਿਹੜੇ ਉਹ ਅੱਗੋਂ ਬੋਲ ਦਿੰਦੇ। ਬਿਲਕੁਲ ਮੈਂ ਨਹੀਂ ਕਰਦਾ ਸੀ, ਮੈਂ ਫਿਰ ਚੁੱਪ ਕਰਕੇ ਜਾਂ ਤੇ ਬਹਿ ਜਾਂਦਾ ਸੀ, ਜਾਂ ਮੈਂ ਆਪਣੇ ਆਪ ਨੂੰ ਦੁਬਾਰਾ ਮਾਰ ਲੈਂਦਾ ਹੁੰਦਾ ਸੀ, ਪਤਾ ਨਹੀਂ ਕਿਉਂ। ਸੋ ਉਸ ਚੀਜ਼ਾਂ ਹੁਣ ਮੈਨੂੰ ਸਮਝ ਆਈਆਂ ਕਿ ਹਾਂ ਮੈਂ ਬਹੁਤ ਸਹੀ ਕਰਦਾ ਸੀ, ਕਿਉਂਕਿ ਮੈਂ ਆਪਣੀ ਜ਼ੁਬਾਨ ਨਹੀਂ ਗੰਦੀ ਕਰਨਾ ਚਾਹੁੰਦਾ ਸੀ। ਅੱਜ ਕੱਲ੍ਹ ਦੇ ਜਿਹੜੇ ਬੱਚੇ ਹੈਗੇ ਉਹ ਅੱਗੋਂ ਐ ਕੁਝ ਕਹੋ ਨਾਲ ਹੀ ਗਾਲ ਕੱਢ ਦਿੰਦੇ ਆ। ਉਹ ਚੀਜ਼ ਮੈਨੂੰ ਹੁਣ ਆਬਵੀਅਸਲੀ ਇਹ ਵੀ ਇੱਕ ਸਿੱਖਣ ਦਾ ਵੀ ਉਹ ਤਰੀਕਾ ਹੈਗਾ, ਬਟ ਇਹ ਮੇਰੇ ਇਨਬਿਲਟ ਸੀਗਾ। ਮੈਨੂੰ ਕਹਿੰਦੇ ਤੁਸੀਂ ਬਹੁਤ ਛੋਟੀ ਜਿਹੀ ਉਮਰ 'ਚ ਇੰਨੀਆਂ ਉੱਚੀਆਂ ਗੱਲਾਂ ਕਰਦੇ ਹੋ। ਮੈਂ ਕਿਹਾ ਮੈਂ ਸਿੱਖੀਆਂ ਨਹੀਂ ਹੈ, ਜਾਂ ਤੇ ਮੈਨੂੰ ਐਕਸਪੀਰੀਅੰਸ ਹੋਇਆ ਜਾਂ ਮੇਰੇ ਅੰਦਰ ਇਨਬੋਰਨ ਸੀਗੀਆਂ। ਜੀ, ਤੇ ਜਿਵੇਂ ਤੁਸੀਂ ਹੁਣ ਗੱਲ ਕੀਤੀ ਲਾਅ ਆਫ ਅਟਰੈਕਸ਼ਨ ਦੀ, ਹੈ ਨਾ, ਤੇ ਇਹਦੇ ਨਾਲ ਹੀ ਇੱਕ ਹੋਰ ਪੁਆਇੰਟ ਜੁੜ ਗਿਆ ਕਰਮਾ ਦਾ। ਕਰਮਾ, ਠੀਕ ਹੈ, ਲਾਅ ਆਫ ਕਰਮਾ। ਸੋ
ਕੀ ਲੱਗਦਾ ਹੈ ਕਿ ਜਿਹੜੇ ਸਾਡੇ ਕਰਮ ਹੁੰਦੇ ਨੇ ਉਹ ਸਾਡੇ ਅੱਗੇ ਆ ਜਾਂਦੇ ਨੇ, ਜਾਂ ਫਿਰ ਕੁਝ ਲੋਕ ਇਹ ਵੀ ਕਹਿੰਦੇ ਕਿ ਠੀਕ ਹੈ ਅਸੀਂ ਕਰ ਦਿੱਤਾ ਸਾਨੂੰ ਨਹੀਂ ਪਤਾ, ਕੁਝ ਪਿਛਲੇ ਜਨਮ 'ਚ ਬਲੀਵ ਕਰਦੇ ਨੇ, ਇਹਨਾਂ ਗੱਲਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ ਇਸ ਗੱਲਾਂ ਹੈਗੀਆਂ ਨੇ, ਪਿਛਲੇ ਜਨਮ ਦੀਆਂ ਜਿਹੜੇ ਕਰਮ ਹੁੰਦੇ ਉਹ ਸਾਹਮਣੇ ਆਉਂਦੇ ਆ, ਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਲਾਈਫ ਦਾ ਜਿਹੜਾ ਤੁਸੀਂ ਤਦ ਤੱਕ ਨਹੀਂ ਜਾਣਾ ਜਦ ਤੱਕ ਤੁਹਾਡੇ ਜਿਹੜੇ ਤੁਸੀਂ ਜੋ ਗਲਤ ਕੰਮ ਕੀਤੇ ਨੇ, ਗਲਤ ਕਰਮ ਕੀਤੇ ਉਹ ਪੂਰੇ ਨਹੀਂ ਹੁੰਦੇ। ਤੁਸੀਂ ਕਦੇ ਨੋਟਿਸ ਕਰਿਓ ਕਿ ਕੋਈ ਜੇ ਪੇਸ਼ੈਂਟ ਹੈਗਾ ਡੈਥ ਬੈੱਡ ਤੇ ਉਹ ਲਟਕਦਾ ਜਾਂਦਾ ਹੈ ਨਾ, ਉਹਨੂੰ ਕਦੀ ਵੈਂਟੀਲੇਟਰ ਤੇ ਲਾ ਦਿੰਦੇ ਆ, ਆਈਸੀਯੂ 'ਚ ਭਰਤੀ ਕਰਦੇ ਆ, ਉਹਦੇ 'ਚ ਭਾਵੇਂ ਕੁਝ ਨਹੀਂ ਹੁੰਦਾ ਬਟ ਉਹਦੇ ਸਾਹ ਅਟਕੇ ਹੁੰਦੇ ਕਿਤੇ। ਉਹ ਕੀ ਹੈ, ਉਹ ਐਂਡਲਾ ਸਾਹ ਤਦ ਤੱਕ ਨਹੀਂ ਬਾਹਰ ਜਾਊਗਾ ਜਦੋਂ ਤੱਕ ਤੁਹਾਡਾ ਜਿਹੜੇ ਪਿਛਲੇ ਕਰਮ ਹੈਗੇ ਉਹ ਪੂਰੇ ਨਹੀਂ ਹੁੰਦੇ। ਇਹ ਰੱਬ ਜਾਣਦਾ ਹੈ ਨਾ, ਇਹ ਯੂਨੀਵਰਸ ਨੂੰ ਪਤਾ ਹੈ ਕਿ ਤੁਸੀਂ ਕਦੋਂ ਜਾਣਾ ਹੈ, ਬਟ ਕਿੱਦਾਂ ਜਾਣਾ ਹੈ ਉਹ ਡਿਪੈਂਡ ਕਰਦਾ ਤੁਹਾਡੇ ਕਰਮਾਂ ਤੇ। ਤੁਸੀਂ ਸਭ ਕੁਝ ਇੱਥੇ ਹੀ ਖਤਮ ਕਰਕੇ ਜਾਣਾ ਹੈ। ਨੈਕਸਟ ਬਰਥ, ਹੁਣ ਜੇ ਤੁਸੀਂ ਮੈਨੂੰ ਪੁੱਛੋ ਨਾ, ਮੈਨੂੰ ਨੈਕਸਟ ਬਰਥ ਨਹੀਂ ਚਾਹੀਦਾ ਹੈ ਨਾ, ਕਿਉਂਕਿ ਮੈਨੂੰ ਜਿਹੜੀ ਹੁਣ ਦੀ ਲਾਈਫ ਮਿਲੀ ਹੈ ਉਹ ਅਸੀਂ ਬਹੁਤ ਚੰਗੇ ਤਰੀਕੇ ਨਾਲ ਕੱਟ ਲਈਏ, ਉਹ ਬਹੁਤ ਵਧੀਆ ਹੈ। ਹੁਣ ਇੱਥੇ ਮੈਂ ਵਰਡ ਯੂਜ਼ ਕੀਤਾ ਕੱਟ ਲਈਏ, ਹੁਣ ਇਹਦੇ ਵੀ ਦੋ ਪਹਿਲੂ ਨੇ। ਇੱਕ ਕਹਿੰਦੇ ਹਾਂਜੀ ਅਸੀਂ ਕੱਟੀ ਜਾਂਦੇ ਹਾਂ ਜੀ, ਜੋ ਆ ਰਿਹਾ ਆਪਾਂ ਦੇਖੀ ਜਾਂਦੇ ਹਾਂ। ਇੱਕ ਹੈਗਾ ਤੁਸੀਂ ਪੋਜ਼ਿਟਿਵ ਤਰੀਕੇ ਨਾਲ ਉਹਨੂੰ ਕਰ ਰਹੇ ਹੋ, ਤੁਹਾਨੂੰ ਅੰਦਰ ਇੱਕ ਸੈਲਫ ਕੰਟੈਂਟਮੈਂਟ ਹੈ, ਤੁਸੀਂ ਸੈਟੀਸਫਾਈਡ ਹੋ ਜੋ ਤੁਸੀਂ ਕੀਤਾ ਆ। ਹੁਣ ਮੈਂ ਅੱਜ ਤੁਹਾਡੇ ਨਾਲ ਬੈਠਾ, ਮੈਨੂੰ ਸੈਟੀਸਫੈਕਸ਼ਨ ਹੈਗੀ ਹੈ ਕਿ ਹਾਂ ਬਹੁਤ ਵਧੀਆ ਅਸੀਂ ਕੰਮ ਕਰ ਰਹੇ ਹਾਂ। ਹੁਣ ਜੇ ਅਸੀਂ ਜੋ ਗੱਲਾਂ ਕਰ ਰਹੇ ਹਾਂ, ਕੋਈ ਸਾਡੇ ਜਿਹੜੇ ਵਿਊਅਰਸ ਹੈਗੇ ਨੇ ਇਹਨਾਂ ਗੱਲਾਂ 'ਚੋਂ ਕੁਝ ਸਿੱਖ ਲੈਣ, ਸਾਨੂੰ ਹੋਰ ਕੀ ਚਾਹੀਦਾ? ਤੁਹਾਡਾ ਮੋਟਿਵ ਵੀ ਪੂਰਾ, ਮੇਰਾ ਮੋਟਿਵ ਵੀ ਪੂਰਾ। ਸੋ ਇਹ ਛੋਟੀਆਂ ਜਿਹੜੇ ਹੁਣ ਜਿਵੇਂ ਲਾਅ ਆਫ ਅਟਰੈਕਸ਼ਨ ਦੀ ਗੱਲ ਹੈ, ਤੁਸੀਂ ਕਹਿ ਰਹੇ ਹੋ ਕਿ ਕਈਆਂ ਦਾ ਨਹੀਂ ਪੂਰਾ ਹੁੰਦਾ ਜੋ ਸੋਚਦੇ ਆ, ਉਹਦੇ ਪਿੱਛੇ ਮੈਂ ਇੱਕ ਤੁਹਾਨੂੰ ਨੀਅਤ ਕਹੀ ਹੈ ਕਿ ਇੱਕ ਪੋਜ਼ਿਟਿਵ ਅਪਰੋਚ ਹੋਣੀ ਬਹੁਤ ਜ਼ਰੂਰੀ ਹੈ ਉਸ ਚੀਜ਼ ਲਈ। ਅਸੀਂ ਕਦੀ ਕੀ ਕਹਿ ਲੈਂਦੇ ਹਾਂ, ਸਾਡੇ ਕੋਲ ਪੈਸਾ ਹੁੰਦਾ ਨਹੀਂ, ਅਸੀਂ ਇਹ ਡ੍ਰੀਮ ਕਰ ਲੈਂਦੇ ਹਾਂ ਮੇਰੇ ਕੋਲ BMW ਆ ਜਾਏ। ਉਹ ਕਿੱਦਾਂ ਆ ਜਾਊਗੀ? ਕੋਈ ਸੀਰੀਅਸ ਬੱਚਾ ਨਹੀਂ ਹੈ, ਨਲਾਇਕ ਆ ਉਹ, ਹੈ ਨਾ, ਉਹਨੂੰ ਪੇਪਰ 'ਚ ਕੁਝ ਨਹੀਂ ਲਿਖ ਕੇ ਆਇਆ, ਅਸੀਂ ਹੁਣ ਇਹੀ ਸੋਚੀ ਜਾਈਏ ਨਹੀਂ ਮੈਂ ਪਾਸ ਹੋ ਜਾਊਂਗਾ, ਉਹ ਨਹੀਂ ਹੋ ਸਕਦਾ। ਤੁਹਾਨੂੰ ਆਪਣੇ ਕਰਮ ਨਾਲ ਕਰਨੇ ਪੈਣੇ ਆ। ਰੱਬ ਵੀ ਉਹੀ ਕਹਿੰਦਾ ਹੈ ਕਿ ਕਰਮ ਕੀਏ ਚੱਲ, ਹੈ ਨਾ, ਫਲ ਕੀ ਚਿੰਤਾ ਮਤ ਕਰ। ਲੇਕਿਨ ਅਗਰ ਜਬ ਤੱਕ ਤੁਸੀਂ ਆਪਣੇ ਆਪ ਨੂੰ ਹਾਰਡ ਵਰਕ ਜਾਂ ਐਫਰਟਸ ਨਹੀਂ ਪਾਓਗੇ, ਉਹ ਲਾਅ ਆਫ ਅਟਰੈਕਸ਼ਨ ਹੈ, ਜਿੰਨੇ ਵੀ ਲਾਅਸ ਬਣੇ ਹੈ, ਹੁਣ ਇੱਥੇ ਮੈਂ ਇੱਕ ਹੋਰ ਐਡ ਕਰੂੰਗਾ, ਲਾਅ ਆਫ ਵਾਈਬ੍ਰੇਸ਼ਨਸ। ਇੱਕ ਲਾਅ ਆਫ ਅਟਰੈਕਸ਼ਨ ਹੁੰਦਾ, ਇੱਕ ਲਾਅ ਆਫ ਵਾਈਬ੍ਰੇਸ਼ਨਸ ਹੁੰਦਾ। ਤੁਸੀਂ ਕੀ ਵਾਈਬਸ ਭੇਜ ਰਹੇ ਹੋ, ਕੀ ਵਾਈਬ੍ਰੇਸ਼ਨਾਂ ਭੇਜ ਰਹੇ ਹੋ, ਕਿਉਂਕਿ ਹਰ ਚੀਜ਼ ਦੇ ਵਿੱਚ ਐਟਮਸ ਹੁੰਦੇ, ਆਪਾਂ ਸਕੂਲ 'ਚ ਪੜ੍ਹਿਆ ਹੋਇਆ ਹੈ ਨਾ, ਮੈਟਰਸ ਹੁੰਦੇ। ਸਾਡੀ ਜਿਹੜੀ ਸ੍ਰਿਸ਼ਟੀ ਹੈ ਉਹੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਣੀ ਹੈ। ਸੋ ਵਾਈਬਸ ਦੀਆਂ ਗੱਲਾਂ ਆਪਾਂ ਅੱਗੇ ਕੰਟੀਨਿਊ ਕਰਾਂਗੇ, ਕਿਉਂਕਿ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਬਹੁਤ ਇੰਟਰਸਟ ਹੈਗਾ ਹੈ ਇਹਨਾਂ ਚੀਜ਼ਾਂ ਦੇ ਵਿੱਚ। ਬਟ ਇੱਥੇ ਵੇਲਾ ਹੋ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫਿਰ ਤੋਂ ਹਾਜ਼ਰ ਹੁੰਦੇ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲ ਪੰਜਾਬ ਦੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਗੱਲ ਪੰਜਾਬ ਦੀ। ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਮੌਜੂਦ ਨੇ ਜਿਨ੍ਹਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਚੁੱਕੀਆਂ ਨੇ ਤੇ ਹਜੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣੀਆਂ ਬਾਕੀ ਨੇ। ਸੋ ਆਪਾਂ ਹੁਣ ਅੱਗੇ ਗੱਲ ਕੰਟੀਨਿਊ ਕਰਦੇ ਹਾਂ ਕਿ ਲਾਅ ਆਫ ਵਾਈਬਸ ਦੀ ਅਸੀਂ ਗੱਲ ਕਰ ਰਹੇ ਸੀਗੇ ਕਿ ਵਾਈਬ੍ਰੇਸ਼ਨਸ ਤੁਹਾਡੀਆਂ ਕਿਵੇਂ ਦੀਆਂ ਹੋਣੀਆਂ ਚਾਹੀਦੀਆਂ ਨੇ। ਤੇ ਅਸੀਂ ਦੇਖਦੇ ਹਾਂ ਅਕਸਰ ਜਦੋਂ ਸਾਨੂੰ ਕੋਈ ਵੀ ਇਨਸਾਨ ਮਿਲਦਾ, ਪਹਿਲੀ ਵਾਰ ਜਦੋਂ ਮਿਲਦਾ ਆ, ਤੇ ਅਸੀਂ ਨਾ ਇੱਕ ਆਪਣੀ ਗੱਲ ਰੱਖ ਦਿੰਦੇ ਹਾਂ, ਸਾਨੂੰ ਬੰਦਾ ਕੁਝ ਠੀਕ ਜਿਹਾ ਨਹੀਂ ਲੱਗਿਆ, ਹਨਾ, ਇਹਦੇ ਕੋਲੋਂ ਚੰਗੀ ਵਾਈਬ ਨਹੀਂ ਆਈ, ਸਾਨੂੰ ਪੋਜ਼ਿਟਿਵ ਨਹੀਂ ਆਇਆ, ਉਹ ਇੱਕ ਔਰਾ ਉਹਦਾ ਜਿਹੜਾ ਕ੍ਰੀਏਟ ਹੋ ਜਾਂਦਾ ਹੈ। ਤੇ ਇਹ ਜਿਹੜੀਆਂ ਗੱਲਾਂ ਨੇ ਬਹੁਤ ਲਿਮਿਟਡ ਲੋਕ ਸਮਝਦੇ ਨੇ, ਜਾਂ ਫਿਰ ਹਰ ਕਿਸੇ ਨੂੰ ਇਹ ਵਾਈਬ ਆਉਂਦੀ ਹੈ? ਹਰ ਇੱਕ ਨੂੰ ਆਉਂਦੀ ਹੈ, ਬਟ ਉਸ ਤੇ ਫੋਕਸ ਕਰਕੇ ਉਹਨੂੰ ਦੇਖਣਾ। ਇੱਕ ਹੁੰਦਾ ਹੈ ਆਪਾਂ ਜੱਜਮੈਂਟ ਬਣਾ ਲੈਂਦੇ ਹਾਂ, ਹੈ ਨਾ, ਉਹਨੇ ਇਦਾਂ ਦੇ ਕੱਪੜੇ ਪਾਏ ਆ ਜੀ, ਉਹ ਮੇਰੇ ਹਾਣ ਤੇ ਨਹੀਂ ਹੋਣੀ, ਹੈ ਨਾ। ਆਪਾਂ ਜਿਵੇਂ ਮੈਟਰੋ ਸਿਟੀਜ਼ ਜਾਂ ਕਲੱਬਸ ਵਿੱਚ ਚੱਲ ਜਾਂਦੇ ਹਾਂ, ਜੇ ਕੋਈ ਕੁੜੀ ਦਾਰੂ ਪੀ ਰਹੀ ਹੈ, ਆਪਾਂ ਕਹਿ ਦਿੰਦੇ ਨਹੀਂ ਇਹ ਇਦਾਂ ਦੀ ਹੋਈ ਹੈ, ਇਹ ਤੋਂ ਦੂਰ ਰਹਿਣਾ ਆਪਾਂ। ਉਹ ਚੀਜ਼ ਗਲਤ ਹੈ, ਉਹ ਹੋ ਗਈ ਜੱਜਮੈਂਟਲ। ਤੁਸੀਂ ਜੱਜਮੈਂਟਸ ਬਣਾ ਲਈਆਂ, ਉਹ ਵੀ ਗਲਤ ਹੈ। ਜੱਜਮੈਂਟ ਬਣਾਏ ਹੋਈ ਨਾ, ਕਿਉਂ ਬਣਾਣੀ ਕਿਸੇ ਦੀ? ਬਟ ਵਾਈਬਸ ਆਰ ਸਮਥਿੰਗ ਐਲਸ। ਵਾਈਬਸ ਹੈਗੀਆਂ ਜੇ ਤੁਸੀਂ ਜਿਹੜੀਆਂ ਵਾਈਬ੍ਰੇਸ਼ਨਸ ਤੁਹਾਡੀ ਬੋਡੀ 'ਚੋਂ ਆਉਂਦੀਆਂ, ਜਿਹੜਾ ਤੁਸੀਂ ਔਰਾ ਵਰਡ ਯੂਜ਼ ਕੀਤਾ ਹੈ, ਤੁਹਾਨੂੰ ਔਰੇ ਦਾ ਪਤਾ ਲੱਗ ਜਾਂਦਾ। ਹੁਣ ਤੁਹਾਨੂੰ ਦੋਵਾਂ ਨੂੰ ਦੇਖ ਕੇ ਮੈਨੂੰ ਬਹੁਤ ਪੋਜ਼ਿਟਿਵ ਵਾਈਬ੍ਰੇਸ਼ਨਸ ਆ ਰਹੀਆਂ। ਸੋ ਉਹ ਚੀਜ਼ ਹੈ, ਜੇ ਤੁਹਾਨੂੰ ਕਿਤੇ ਵੀ ਲੱਗਦਾ ਹੈ ਕਿ ਹਾਂ, ਤੁਹਾਨੂੰ ਨਾ ਆਪੇ ਹੀ ਅੰਦਰੋਂ ਕੁਝ ਹੋਣਾ ਸ਼ੁਰੂ ਹੋ ਜਾਊਗਾ, ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਊਗਾ ਕਿ ਹਾਂ ਨਹੀਂ, ਇਹਦੇ 'ਚ ਕੁਝ ਕਮੀ ਹੈਗੀ ਹੈ, ਜਾਂ ਇਹ ਕੁਝ ਹੋਰ ਲੈਵਲ ਤੇ ਸੋਚ ਰਿਹਾ ਹੈ। ਸਾਨੂੰ ਇੱਥੇ ਮੈਂ ਥਾਟਸ ਦੀ ਵੀ ਗੱਲ ਕਰਾਂਗਾ। ਥਾਟਸ ਵੀ ਕਈ ਤਰੀਕੇ ਦੇ ਹੁੰਦੇ ਨੇ, ਮੇਜਰਲੀ ਪੋਜ਼ਿਟਿਵ ਐਂਡ ਨੈਗੇਟਿਵ ਥਾਟਸ ਹੁੰਦੇ ਨੇ। ਲੇਕਿਨ ਹੁਣ ਸੋਚ ਦਾ ਵੀ ਪਤਾ ਲੱਗ ਜਾਂਦਾ। ਹੁਣ ਬੰਦਾ ਮੇਰੇ ਸਾਹਮਣੇ ਬੈਠਾ ਹੈ, ਉਹ ਮੈਨੂੰ ਉਹ ਕਹਿ ਕੁਛ ਰਿਹਾ, ਸੋਚ ਕੁਛ ਰਿਹਾ, ਕਰ ਕੁਛ ਰਿਹਾ।
ਇਹ ਬਹੁਤ ਦਿੱਕਤ ਹੈ। ਸਾਡੇ ਇਹ ਤਿੰਨ ਚੀਜ਼ਾਂ ਜੇ ਬੈਲੈਂਸਡ ਹੋ ਗਈਆਂ ਤੇ ਅਸੀਂ ਸਕਸੈਸਫੁਲ ਰਹਿ ਜਾਾਂਗੇ, ਹੈਪੀ ਰਵਾਂਗੇ। ਲੇਕਿਨ ਜੇ ਇਹ ਤੁਸੀਂ ਸੋਚ ਕੁਛ ਰਹੇ ਹੋ, ਕਹਿਣਾ ਕੁਛ ਚਾਹ ਰਹੇ ਹੋ ਤੇ ਕਰ ਕੁਛ ਰਹੇ ਹੋ, ਇਹ ਜੇ ਇਹੀ ਚੀਜ਼, ਕਿਉਂਕਿ ਬਹੁਤ ਮੈਜੋਰਿਟੀ ਆਫ ਪੀਪਲ ਸਪੈਸ਼ਲੀ ਜੇ ਮੈਂ ਇੰਡੀਅਨਸ ਦੀ ਗੱਲ ਕਰਾਂ, ਇਹ 'ਚ ਉਲਝਦੇ ਰਹਿੰਦੇ ਆ, ਬੈਲੈਂਸ ਨਹੀਂ ਹੈਗਾ ਉਹਨਾਂ ਦਾ, ਉੱਥੇ ਉਹ ਮਾਰ ਖਾ ਜਾਂਦੇ। ਲੇਕਿਨ ਜਿਹੜੇ ਸ਼ਾਂਤ ਸੁਭਾਅ ਦੇ ਬੰਦੇ ਨੇ, ਜਿਨ੍ਹਾਂ ਨੇ ਕੁਛ ਨਹੀਂ ਲੈਣਾ ਦੇਣਾ ਦੁਨੀਆ ਤੋਂ, ਕੋਈ ਗੌਸਿਪ ਚੱਲ ਰਹੀ ਹੈ ਉਹਦੇ 'ਚ ਨਹੀਂ ਪੈਣਾ, ਹੈ ਨਾ, ਉਹ ਉਹਦੇ ਨਾਲ ਭੱਜ ਗਈ ਜਾਂ ਉਹ ਉਹਦੇ ਨਾਲ ਇਹ ਹੋ ਗਿਆ, ਕੁਛ ਨਹੀਂ ਲੈਣਾ ਦੇਣਾ, ਆਪਣਾ ਦੇਖਣਾ, ਉਹਦੀ ਜਿਹੜੀ ਹੈ ਵਾਈਬ੍ਰੇਸ਼ਨਸ ਵਾਲੀ ਪਾਵਰ ਉਹ ਸਟਰੋਂਗ ਹੋਣੀ ਸ਼ੁਰੂ ਹੋ ਜਾਊਗੀ, ਉਹਦੀ ਲਾਅ ਆਫ ਅਟਰੈਕਸ਼ਨ ਸਟਾਰਟ ਹੋਣੀ ਸ਼ੁਰੂ ਹੋ ਜਾਏਗੀ ਜੇ ਤੁਸੀਂ ਆਪਣੇ ਤੇ ਫੋਕਸ ਕਰੋਗੇ ਰਾਦਰ ਦੈਨ ਕਿਸੇ ਹੋਰ, ਜਿਹਨੂੰ ਅਸੀਂ ਸੈਲਫ ਲਵ ਕਹਿੰਦੇ ਆ ਕਿ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੇ ਫੋਕਸ ਕਰਨਾ ਚਾਹੀਦਾ ਹੈ, ਖੁਦ ਨੂੰ ਪਿਆਰ ਕਰਨਾ ਚਾਹੀਦਾ ਹੈ, ਕਿਉਂਕਿ ਜਿੰਨਾ ਅਸੀਂ ਭਰੇ ਹੁੰਨੇ ਆ ਅਸੀਂ ਉਨਾ ਹੀ ਕਿਸੇ ਨੂੰ ਦੇ ਸਕਦੇ ਹਾਂ, ਹੈ ਨਾ। ਬਾਈ ਜੀ ਇੱਕ ਸਵਾਲ ਇੱਕ ਇੱਥੇ ਵੀ ਮੈਂ ਵੀ ਕਰਨਾ ਚਾਹੂੰਗਾ, ਮੰਨ ਲਓ ਤੁਹਾਡੀ ਕਿਸੇ ਨਾਲ ਦੋਸਤੀ ਆ, ਤੁਹਾਡੀ ਦੋਸਤੀ ਨੂੰ 2 ਸਾਲ ਹੋ ਗਿਆ, ਅਚਾਨਕ ਉਸ ਬੰਦੇ ਤੋਂ ਇੱਕ ਨੈਗੇਟਿਵ ਵਾਈਬ ਆਉਣੀ ਸ਼ੁਰੂ ਹੋ ਗਈ ਹੈ, ਉਹ ਨੈਗੇਟਿਵ ਹੋ ਗਿਆ, ਫਿਰ ਉਸ ਬੰਦੇ ਨੂੰ ਪੋਜ਼ਿਟਿਵ ਕਰਨਾ ਚਾਹੀਦਾ ਜਾਂ ਉਹਨੂੰ ਛੱਡ ਦੇਣਾ ਚਾਹੀਦਾ? ਦੇਖੋ ਇੱਥੇ ਨਾ ਮੈਂ ਇੱਕ ਗੱਲ ਕਹੂੰਗਾ ਕਿ ਜੇ ਫੋਰ ਐਗਜ਼ਾਮਪਲ ਤੁਸੀਂ ਮੇਰੇ ਬਹੁਤ ਖਾਸ ਮਿੱਤਰ ਹੋ, ਤੁਸੀਂ ਮੇਰੇ ਲਈ ਬਹੁਤ ਕੁਝ ਕੀਤਾ, ਤੁਹਾਡੀਆਂ 100 ਗੱਲਾਂ ਚੰਗੀਆਂ, ਆਪਾਂ ਕਹਿੰਦੇ ਆ ਨਾ ਕਿ ਜੇ ਇੱਕ ਮਾੜੀ ਚੀਜ਼ ਤੁਸੀਂ ਕਰਤੀ ਤੇ ਲੋਕੀ ਉਹਨੂੰ ਛੱਡ ਦਿੰਦੇ, ਇਹ ਚੀਜ਼ ਬਹੁਤ ਗਲਤ ਹੈ, ਕਿਉਂਕਿ ਇਹਨੂੰ ਹੀ ਤਾਂ ਕਹਿੰਦੇ ਤੁਸੀਂ ਕਿੱਦਾਂ ਰਿਲੇਸ਼ਨ ਆਪਣਾ ਉਹਨੂੰ ਮੇਨਟੇਨ ਕਰਕੇ ਰੱਖਣਾ, ਇਹ ਤੁਹਾਡੇ ਹੱਥ ਵਿੱਚ ਹੁੰਦਾ। ਸਮਝਾਉਣ ਤੇ ਵੀ ਬੰਦਾ ਪੋਜ਼ਿਟਿਵ ਨਾ ਹੋਵੇ, ਕਿੰਨੀ ਵਾਰੀ ਸਮਝਾਓ, 1 ਵਾਰੀ 2 ਵਾਰੀ ਐਫਰਟ ਤੇ ਕਰੋਗੇ ਨਾ। ਹਾਂ, ਜੇ ਉਹਨੇ ਠਾਣ ਲਿੱਤੀ ਹੈ ਕਿ ਮੈਂ ਨਹੀਂ ਸੁਧਰਨਾ, ਫਿਰ ਜੇ ਉਹ ਹੋ ਗਿਆ, ਉਹ ਸਮਾਂ ਆ ਗਿਆ ਕਿ ਇਟ ਮੀਨਸ ਕਿ ਤੁਸੀਂ ਦੀਵਾਰ 'ਚ ਸਿਰ ਮਾਰ ਰਹੇ ਹੋ, ਉਦੋਂ ਤੁਸੀਂ ਸਟੈਪ ਬੈਕ ਕਰ ਜਾਓ, ਕਿਉਂਕਿ ਤੁਹਾਡੀ ਜਿਹੜੀ એનર્ਜੀ ਹੈ ਉਹ ਡਰੇਨ ਹੋਣੀ ਸ਼ੁਰੂ ਹੋ ਜਾਊਗੀ, ਉਹ ਚੀਜ਼ ਗਲਤ ਹੈ। ਹੁਣ ਜਿਵੇਂ ਮੈਮ ਨੇ ਯੂਜ਼ ਕੀਤਾ ਸੈਲਫ ਲਵ, ਹੁਣ ਇੱਥੇ ਮੈਂ ਐਗਜ਼ਾਮਪਲ ਦਊਂਗਾ, ਦਿਲਜੀਤ ਦੋਸਾਂਝ ਦੀ ਮੂਵੀ ਆਈ ਸੀ ਜੱਟ ਐਂਡ ਜੂਲੀਅਟ, ਉਦੋਂ ਨਹੀਂ ਪਤਾ ਸੀ ਸਾਨੂੰ ਕਿ ਉਹ ਸ਼ੀਸ਼ੇ 'ਚ ਵੇਖਦਾ ਆਪਣੇ ਆਪ ਨੂੰ ਸਵਾਰਦਾ, ਉਹ ਹੈ ਨਾ, ਉਹ ਚੀਜ਼ ਕੀ ਉਹ ਸੈਲਫ ਲਵ ਹੈ। ਹੁਣ ਮੈਂ ਸਵੇਰੇ ਤਿਆਰ ਹੁੰਨਾ, ਤੁਹਾਨੂੰ ਮੈਂ ਹੁਣ ਹਾਸੇ ਵਾਲੀ ਗੱਲ ਦੱਸਾਂ, ਮੈਨੂੰ 1.5 ਘੰਟਾ ਲੱਗਦਾ ਤਿਆਰ ਹੋਣ 'ਚ, ਟੂ ਵੈਰੀ ਔਨੈਸਟ। ਨਹੀਂ ਭਾਜੀ ਇੰਨਾ ਇੱਧਰ ਵੀ ਇੰਨਾ ਕੀ ਲੱਗਦਾ ਆ, ਦਾੜੀ ਹੈ, ਪੱਗ ਹੈ ਨਾ, ਬਾਕੀ ਜੋ ਪਾਣਾ ਆ, ਮੈਚ ਕਿੱਦਾਂ ਕਰਨਾ, ਇਹ ਚੀਜ਼ਾਂ ਅੱਜ ਕੱਲ੍ਹ ਜਿਵੇਂ ਆਪਾਂ ਫੈਸ਼ਨ ਦੀ ਵੀ ਗੱਲ ਕਰੀਏ, ਮੇਲ ਓਰੀਐਂਟਡ ਫੈਸ਼ਨ ਵੀ ਹੋਣਾ ਸ਼ੁਰੂ ਹੋ ਗਿਆ, ਬਿਲਕੁਲ ਉਹ ਹੁੰਦਾ ਸੈਲਫ ਲਵ। ਹੁਣ ਮੈਂ ਦੇਖ ਕੇ ਕਹਿੰਦਾ ਮੈਂ ਬਾਈ ਬਹੁਤ ਸੋਹਣਾ ਲੱਗ ਰਿਹਾ, ਇਹ ਕੀ ਹੈ, ਤੁਹਾਨੂੰ ਇੱਕ ਪੋਜ਼ਿਟਿਵ ਵਾਈਬ੍ਰੇਸ਼ਨ, ਆਪਣੇ એનર્ਜੀ ਆਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਨੈਗੇਟਿਵ ਫੀਲ ਕਰੋਗੇ ਨਾ, ਬਸ ਸਮਾਈਲ ਕਰ ਦਿਓ, ਦੂਜੇ ਬੰਦੇ ਨੂੰ ਵੀ ਸਮਾਈਲ ਕਰਦੇ ਹੋ, ਆਪ ਵੀ ਜੇ ਤੁਸੀਂ ਇਕੱਲੇ ਵੀ ਬੈਠੇ ਹੋ ਨਾ ਨੈਗੇਟਿਵ ਹੋ, ਸਮਾਈਲ ਕਰੋ, ਦੇਖਣਾ ਤੁਹਾਡੀ ਵਾਈਬ੍ਰੇਸ਼ਨ, ਤੁਹਾਡਾ ਔਰਾ ਜਿਹੜਾ ਉਹ ਚੇਂਜ ਹੋ ਜਾਏਗਾ, ਕਿਉਂਕਿ ਸਮਾਈਲ 'ਚ ਇੰਨੀ ਪਾਵਰ ਹੈ। ਲੋਕੀ ਨਹੀਂ ਸਮਝਦੇ, ਲੋਕੀ ਬਸ ਇਹ ਜ਼ਰੂਰ ਨੋਟਿਸ ਕਰਨਗੇ ਇਹਨੇ ਫੇਕ ਸਮਾਈਲ ਦਿੱਤੀ ਆ, ਫਿਰ ਉਹੀ ਥਾਟ ਪ੍ਰੋਸੈਸ, ਤੁਸੀਂ ਕੀ ਸੋਚਣਾ ਚਾਹੁੰਦੇ ਹੋ, ਹੈ ਨਾ। ਇਹ ਸਾਡੇ ਇੰਡੀਆ ਦੇ ਵਿੱਚ ਹੈ ਪ੍ਰੋਬਲਮ, ਬਟ ਅਗਰ ਜੇ ਫੋਰਨ ਕੰਟਰੀਜ਼ ਦੀ ਗੱਲ ਕਰੀਏ ਤੇ ਉੱਥੇ ਅਕਸਰ ਲੋਕ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਹੁੰਦੇ, ਪਰ ਆਉਂਦੇ ਜਾਂਦੇ ਇੱਕ ਦੂਸਰੇ ਨੂੰ ਸਮਾਈਲ ਕਰਕੇ ਜਾਂਦੇ ਨੇ। ਉਹਦਾ ਕਾਰਨ ਇਹ ਹੈ ਕਿ ਉਹ ਹਮੇਸ਼ਾ ਪੋਜ਼ਿਟਿਵ ਇਸੇ ਲਈ ਰਹਿੰਦੇ ਨੇ। ਸਾਡੇ ਪਤਾ ਕੀ ਹੁੰਦਾ ਪੂਜਾ ਜੀ, ਹਾਸੇ ਵਾਲੀ ਗੱਲ ਆ, ਜੇ ਕੋਈ ਸਮਾਈਲ ਦੇ ਕੇ ਲੰਘ ਜਵੇ, ਯਾਰ ਮੈਨੂੰ ਜਾਣਦਾ ਆ, ਨਹੀਂ ਜਾਣਦਾ, ਫਿਰ ਪਿੱਛੇ ਘੁੰਮ ਜਾਂਦੇ ਨੇ, ਕੌਣ ਸੀਗਾ ਇਹ, 2 ਦਿਨ ਤੋਂ ਉਹਦੇ ਵਿੱਚ ਸੋਚਣ ਨੂੰ ਲਗਾ ਦਿੰਦੇ ਵੀ ਹੈ ਕੌਣ ਸੀ। ਤੇ ਜੇ ਇਹੀ ਇੱਕ ਮੁੰਡੇ ਨੇ ਕੁੜੀ ਨੂੰ ਸਮਾਈਲ ਪਾਸ ਕੀਤੀ ਹੋਵੇ, ਇੰਟੈਂਸ਼ਨ ਉਹਦੀ ਭਾਵੇਂ ਵਧੀਆ ਹੋਵੇ, ਅਸੀਂ ਇਹੀ ਸੋਚਾਂਗੇ ਨਹੀਂ ਆ ਲਾਈਨ ਮਾਰ ਕੇ ਗਿਆ। ਸੋ ਉਹੀ ਮੈਂ ਗੱਲ ਕਰ ਰਿਹਾ ਥਾਟਸ ਦੀ, ਇਹ ਥਾਟਸ ਬਹੁਤ ਜ਼ਰੂਰੀ ਹੈ, ਇਹਨਾਂ ਦੇ ਵਰਕਆਊਟ ਕਰਨਾ ਬਹੁਤ ਜ਼ਰੂਰੀ ਹੈ। ਅਸੀਂ ਕੀ ਕਰਦੇ, ਅਸੀਂ ਲੋਕਾਂ ਦੀ ਲਾਈਫ 'ਚ ਇੰਟਰਫੇਅਰ ਕਰਕੇ ਨਾ ਮਜ਼ੇ ਲੈਂਦੇ ਹਾਂ, ਹੈ ਨਾ। ਇੱਕ ਆ ਮਜ਼ਾ ਵਰਡ ਬਹੁਤ ਵਧੀਆ ਲੱਗਦਾ ਮੈਨੂੰ, ਆਪਾਂ ਹਰ ਚੀਜ਼ ਦੇ ਵਿੱਚ ਹੀ ਮਜ਼ਾ ਲੱਭਦੇ ਹਾਂ। ਆਪਾਂ ਤਿਆਰ ਹੁੰਦੇ ਹਾਂ, ਅਸੀਂ ਕਹਿੰਦੇ ਹਾਂ ਅੱਜ ਤੇ ਮੈਂ ਬਹੁਤ ਵਧੀਆ ਲੱਗ ਰਿਹਾ, ਮੈਨੂੰ ਮਜ਼ਾ ਆ ਗਿਆ ਕੱਪੜੇ ਪਾ ਕੇ। ਆਪਾਂ ਕੋਈ ਨਵੇਂ ਰੈਸਟੋਰੈਂਟ ਜਾਂਦੇ ਹਾਂ, ਕੋਈ ਨਵਾਂ ਰੈਸਟੋਰੈਂਟ ਖੋਲ੍ਹਿਆ, ਵਧੀਆ ਲੱਗਦਾ ਖਾਣਾ, ਯਾਰ ਮਜ਼ਾ ਆ ਗਿਆ। ਹਰ ਚੀਜ਼ 'ਚ ਆਪਾਂ ਮਜ਼ਾ ਲੱਭਦੇ ਹਾਂ, ਪਰ ਇਹ ਚੀਜ਼ ਆਪਣੇ ਇੱਥੇ ਹੈ, ਸੋਚ ਤੇ ਹੈ, ਤੁਸੀਂ ਕਿੱਦਾਂ ਰਹਿਣਾ ਆ, ਤੁਸੀਂ ਕੀ ਸੋਚਣਾ, ਤੁਸੀਂ ਕੀ ਵੇਖਣਾ ਚਾਹੁੰਦੇ ਹੋ। ਹੁਣ ਇੱਥੇ ਜੇ ਮੈਂ ਹੈਪੀਨੈਸ ਦੀ ਵੀ ਗੱਲ ਕਰਾਂ, ਤੇ ਆਪਾਂ ਹੈਪੀ ਕਿੱਦਾਂ ਰਹਿ ਸਕਦੇ ਹਾਂ, ਜੇ ਆਪਾਂ ਕੁਝ ਸੋਚ ਰਹੇ ਹਾਂ ਤੇ ਜੋ ਕਰ ਰਹੇ ਹਾਂ ਉਹ ਬੈਲੈਂਸ ਹੈ ਇੱਕ ਚੀਜ਼। ਪਰ ਜੇ ਆਪਾਂ ਕੋਈ ਨੈਗੇਟਿਵ ਸਿਚੁਏਸ਼ਨ 'ਚ ਵੀ, ਜਿਵੇਂ ਇੱਕ ਸਮਾਈਲ ਮੈਂ ਕਿਹਾ, ਆਪਾਂ ਪੋਜ਼ਿਟਿਵਿਟੀ ਵੇਖ ਲਈ ਤੇ ਬਹੁਤ ਵਧੀਆ ਗੱਲ ਹੈ। ਜਿਵੇਂ ਤੁਸੀਂ ਹੁਣ ਇੱਥੇ ਮੈਨੂੰ ਕੁਐਸਚਨ ਕੀਤਾ ਕਿ ਜੇ ਆਪਾਂ ਉਹ ਮਿੱਤਰ ਨੂੰ ਛੱਡ ਦਈਏ ਜੇ ਉਹਨੇ ਮੇਰੇ ਨਾਲ ਕੁਝ ਅਜੀਬ ਕੀਤਾ ਜਾਂ ਉਹ ਤੋਂ ਨੈਗੇਟਿਵ ਵਾਈਬਸ ਆ ਰਹੀਆਂ, ਨਹੀਂ, ਤੁਸੀਂ ਉਹਦੀ ਕੁਆਲਿਟੀਜ਼ ਦੇਖੋ ਪਹਿਲਾਂ, ਉਹਦੀ ਕੀ ਕੁਆਲਿਟੀਜ਼ ਨੇ। ਆਪਾਂ ਇੱਕ ਚੀਜ਼ ਕਰਕੇ ਬੰਦੇ ਦਾ ਨਾ ਔਰਾ ਹੀ ਪੂਰਾ ਬਦਲ ਦਿੰਦੇ ਆ, ਉਹ ਵਾਈਬ੍ਰੇਸ਼ਨ ਉਹਨੂੰ ਵੀ ਜਾਂਦੀ ਹੈ ਜੀ। ਤੇ ਇਹ ਵੀ ਦੇਖਿਆ ਜਾਂਦਾ ਹੈ ਕਿ ਜਦੋਂ ਅਸੀਂ ਅੱਛੇ ਰਿਲੇਸ਼ਨ 'ਚ ਹੁੰਨੇ ਆ, ਪਹਿਲਾਂ ਤਾਂ ਬੜਾ ਵਧੀਆ ਸਾਰਾ ਕੁਝ ਚੱਲ ਰਿਹਾ ਹੁੰਦਾ, ਬਟ ਜਦੋਂ ਹੀ ਕਿਸੇ ਇੱਕ ਪਰਸਨ ਵੱਲੋਂ ਕੋਈ ਵੀ ਇਦਾਂ ਦੀ ਹਰਕਤ ਹੋ ਜਾਂਦੀ ਹੈ ਜਾਂ ਕੋਈ ਇਦਾਂ ਦੀ ਚੀਜ਼ ਹੋ ਜਾਂਦੀ ਹੈ, ਤੇ ਅਸੀਂ ਉਸ ਨੂੰ ਗਲਤ ਸਾਬਤ ਕਰਨ ਤੇ ਤੁਰ ਪੈਂਦੇ ਆ, ਜਾਂ ਫਿਰ ਅਸੀਂ ਹੋਰ 4 ਬੰਦਿਆਂ ਸਾਹਮਣੇ ਉਹਨੂੰ ਗਲਤ ਦੱਸਣ ਲੱਗ ਜਾਂਦੇ ਆ। ਪਰ ਇਹਦੇ ਨਾਲ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਸਾਡੀਆਂ
ਵਾਈਬਸ ਨੇ ਜੋ ਅਸੀਂ ਉਸ ਟਾਈਮ ਤੇ ਗੱਲ ਕਰ ਰਹੇ ਹਾਂ ਉਹ ਵਾਈਬਸ ਉਸ ਬੰਦੇ ਨੂੰ ਵੀ ਜਾ ਰਹੀਆਂ ਨੇ ਜੋ ਅਸੀਂ ਨੈਗੇਟਿਵ ਗੱਲ ਜੇ ਉਹਦੇ ਬਾਰੇ ਕਰ ਰਹੇ ਹਾਂ ਤੇ ਉਹ ਵਾਈਬਸ ਉਹਨੂੰ ਵੀ ਜਾ ਰਹੀਆਂ ਨੇ ਦੈਟ ਮੀਨਸ ਕਿ ਅਸੀਂ ਉਸ ਨੂੰ ਇਸ ਤਰ੍ਹਾਂ ਦੀਆਂ ਵਾਈਬਸ ਭੇਜ ਰਹੇ ਹਾਂ ਤਾਂ ਫਿਰ ਅਸੀਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹੈ ਨਾ। ਹੁਣ ਜਿਵੇਂ ਅਸੀਂ ਅਕਸਰ ਕਹਿੰਦੇ ਆ ਕਿ ਮੈਨੂੰ ਨਿੱਛ ਆਈ ਹੈ, ਮੈਨੂੰ ਕੋਈ ਯਾਦ ਕਰ ਰਿਹਾ, ਇਹ ਕੀ ਹੈ? ਅਸੀਂ ਇੰਨੀਆਂ ਸਟਰੋਂਗ ਵਾਈਬ੍ਰੇਸ਼ਨਸ ਭੇਜ ਰਹੇ ਹਾਂ ਉਸ ਬੰਦੇ ਬਾਰੇ, ਜਿਸ ਬੰਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ, ਉਹ ਉੱਥੋਂ ਤੱਕ ਪਹੁੰਚਦੀ ਆ ਉਹਨੂੰ। ਉਹਦੇ ਨਾਲ ਕੀ ਹੋ ਰਿਹਾ, ਉਹਨੂੰ ਤੇ ਕੋਈ ਫਰਕ ਨਹੀਂ ਪੈ ਰਿਹਾ, ਟੂ ਬੀ ਵੈਰੀ ਓਨੈਸਟ। ਜਿਵੇਂ ਮੈਂ ਕਿਹਾ ਕਿ ਤੁਹਾਡੀ ਇੱਕ ਤਾਂ ਜ਼ੁਬਾਨ ਗੰਦੀ ਹੋ ਰਹੀ ਹੈ, ਉਹ ਚੀਜ਼ ਤੁਹਾਨੂੰ ਵਾਪਸ ਆਊਗੀ, ਉਹ ਯੂਨੀਵਰਸ ਦੇਖ ਰਿਹਾ, ਉਹ ਯੂਨੀਵਰਸ ਤੋਂ ਵਾਪਸ ਆਊਗੀ ਤੁਹਾਨੂੰ। ਸੋ ਇਹੀ ਹੈ, ਜਦੋਂ ਵੀ ਤੁਸੀਂ ਕੁਝ ਬੋਲਣਾ ਹੈ, ਵਰਡਸ ਬਹੁਤ ਇੰਪੋਰਟੈਂਟ ਹੈ, ਤੁਸੀਂ ਕੀ ਬੋਲ ਰਹੇ ਹੋ। ਤਾਈਓ ਕਹਿੰਦੇ ਆ ਜੋ ਤੁਸੀਂ ਇੱਕ ਵਾਰੀ ਬੋਲਤਾ ਉਹ ਵਾਪਸ ਨਹੀਂ ਲੈ ਕੇ ਜਾ ਸਕਦੇ। ਸੋ ਸੋਚ ਕੇ ਬੋਲੋ। ਹੁਣ ਸੋਚ ਕੇ ਬੋਲਣਾ ਇਹਦਾ ਇਹ ਮਤਲਬ ਨਹੀਂ ਹੈ ਕਿ ਬੋਲਣਾ ਹੀ ਨਹੀਂ ਹੈ ਨਾ, ਪਰ ਉਹ ਵਰਡਸ ਯੂਜ਼ ਕਰੋ ਕਿ ਕਿਸੇ ਨੂੰ ਹਾਰਮ ਨਾ ਪਹੁੰਚਾਇਆ ਜਾਏ। ਜਿੰਨਾ ਮਰਜ਼ੀ ਤੁਹਾਡੇ ਸਾਹਮਣੇ ਵਾਲਾ ਬੰਦਾ ਨੈਗੇਟਿਵ ਬੈਠਾ ਹੈ, ਤੁਹਾਡੇ ਬਾਰੇ ਪਿੱਠ ਪਿੱਛੇ ਵੀ ਗੱਲ ਕਰ ਰਿਹਾ, ਕਰਨ ਦਿਓ, ਕੀ ਲੈਣਾ ਦੇਣਾ ਹੈ। ਮੈਂ ਅਕਸਰ ਇਹੀ ਸਮਝਾਉਣਾ ਆਪਣੇ ਮੇਰੇ ਜਿਹੜੀ ਟੀਮ ਹੈਗੀ ਹੈ, ਮੇਰੇ ਆਸ-ਪਾਸ ਦੇ ਜਿਹੜੇ ਲੋਕ ਹੈਗੇ, ਮੈਂ ਕਿਹਾ ਤੁਸੀਂ ਕੀ ਲੈਣਾ ਹੈ। ਸੋਸਾਇਟੀ ਜਿਹੜਾ ਵਰਡ ਹੈ ਨਾ, ਉਹਨੇ ਬਹੁਤ ਖਰਾਬ ਕੀਤਾ ਹੋਏਗਾ। ਲੋਕ ਕੀ ਕਹੇਂਗੇ, ਹੈ ਨਾ, ਲੋਗੋਂ ਕੋ ਤਾਂ ਕੰਮ ਹੈ ਕਹਿਣਾ। ਤਾਂ ਉਸ ਚੀਜ਼ ਨੂੰ ਪਿੱਛੇ ਰੱਖਦੇ ਹੋਇਆਂ ਆਪਣੇ ਤੇ ਸੈਲਫ ਫੋਕਸ ਇਜ਼ ਵੈਰੀ ਇੰਪੋਰਟੈਂਟ। ਅਸੀਂ ਕੀ ਕਹਿੰਦੇ ਆ, ਦੁਨੀਆਦਾਰੀ ਦੇਖਦੇ ਦੇਖਦੇ ਅਸੀਂ ਆਪਣੇ ਆਪ ਨੂੰ ਭੁੱਲ ਬੈਠੇ ਹਾਂ। ਸਾਡੇ ਅੰਦਰ ਕੀ ਹੈ ਉਹ ਨਹੀਂ ਪਤਾ ਲੋਕਾਂ ਨੂੰ, ਉਹ ਜਾਣਨਾ ਬਹੁਤ ਜ਼ਰੂਰੀ ਹੈ। ਤੇ ਮੈਨੂੰ ਵਧੀਆ ਲੱਗਾ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਵੀ ਇਹਨਾਂ ਚੀਜ਼ਾਂ 'ਚ ਹੈਗੇ ਹੋ, ਬਹੁਤ ਫੇਸ ਤੇ ਰਿਫਲੈਕਟ ਕਰਦਾ। ਕਿਉਂਕਿ ਮੈਨੂੰ ਇਦਾਂ ਲੱਗਦਾ ਹੈ ਕਿ ਜਦੋਂ ਤੁਸੀਂ ਇਸ ਚੀਜ਼ ਦੇ ਵਿੱਚ ਹੁੰਦੇ ਹੋ, ਜਦੋਂ ਤੁਸੀਂ ਕੁਦਰਤ ਦੇ ਬਿਲਕੁਲ ਕੋਲ ਹੁੰਦੇ ਹੋ ਨਾ, ਤੇ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਤਾਂ ਆਪਣੇ ਆਪ ਹੀ ਕਲੀਅਰ ਹੋ ਜਾਂਦੀਆਂ ਨੇ। ਉਸ ਤੋਂ ਬਾਅਦ ਤੁਹਾਨੂੰ ਜਵਾਬ ਜਿਹੜੇ ਆਲੇ ਦੁਆਲੇ ਲੱਭਣ ਦੀ ਲੋੜ ਹੀ ਨਹੀਂ ਪੈਂਦੀ। ਔਰ ਇਹ ਵੀ ਗੱਲ ਸੱਚ ਹੈ ਕਿ ਜਿੰਨੇ ਵੀ ਅਸੀਂ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਆ ਨਾ, ਉਹ ਸਾਡੇ ਅੰਦਰ ਹੀ ਹੁੰਦੇ ਨੇ। ਹਰ ਇੱਕ ਸਵਾਲ ਦਾ ਜਵਾਬ ਸਾਡੇ ਅੰਦਰ ਹੀ ਲੁਕਿਆ ਹੁੰਦਾ ਹੈ ਤੇ ਅਸੀਂ ਉਹ ਨਹੀਂ ਦੇਖਦੇ, ਪਰ ਅਸੀਂ ਦੂਸਰੇ ਦੇ ਮੂੰਹ ਤੋਂ ਸੁਣਨਾ ਜ਼ਿਆਦਾ ਪਸੰਦ ਕਰਦੇ ਆ। ਉਹ ਜਿੱਦਾਂ ਤੁਸੀਂ ਸ਼ਬਦ ਯੂਜ਼ ਕੀਤਾ ਨਾ, ਮਜ਼ਾ, ਤੇ ਹਰ ਕੋਈ ਇਹ ਚਾਹੁੰਦਾ ਕਿ ਮੈਂ ਕੰਫਰਟ ਜ਼ੋਨ 'ਚ ਰਵਾਂ, ਮੈਨੂੰ ਚੰਗਾ ਫੀਲ ਹੋਵੇ, ਮੈਂ ਚੰਗੇ ਕੱਪੜੇ ਪਾਵਾਂ ਤੇ ਮੇਰੀ ਤਾਰੀਫ ਹੋਵੇ। ਅਸੀਂ ਇਸ ਚੀਜ਼ ਤੋਂ ਭੱਜਦੇ ਹਾਂ ਕਿ ਜੇ ਸਾਨੂੰ ਕਿਤੇ ਨੈਗੇਟਿਵ ਵਿਊ ਮਿਲ ਗਿਆ ਕਿਸੇ ਵੱਲੋਂ ਤੇ ਸਾਡੇ ਮਨ ਦੇ ਉੱਤੇ, ਸਾਡੇ ਸੋਚ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਹੋਏਗਾ। ਅਸੀਂ 1 ਮਿੰਟ ਦੇ ਵਿੱਚ ਏਦਾਂ ਹੋ ਜਾਂਦੇ, ਉਸਨੇ ਮੈਨੂੰ ਮਾੜਾ ਕਹਿਤਾ, ਏਦਾਂ ਕਾਹਤੋਂ ਕਹਿਤਾ। ਇਹਦਾ ਮਤਲਬ ਤਾਂ ਇਹ ਹੋਇਆ ਕਿ ਤੁਹਾਨੂੰ ਆਪਣੇ ਆਪ ਤੇ ਕੌਨਫੀਡੈਂਸ ਹੀ ਨਹੀਂ ਹੈਗਾ, ਤੁਹਾਨੂੰ ਆਪਣੇ ਆਪ ਨਾਲ ਪਿਆਰ ਹੀ ਨਹੀਂ ਹੈਗਾ। ਫਿਰ ਤੁਸੀਂ ਝੂਠੀ ਸਮਾਈਲ, ਝੂਠਾ ਸਜਣਾ ਧਜਣਾ, ਫਿਰ ਕਿਸ ਚੀਜ਼ ਵਾਸਤੇ ਆ। ਇੱਥੇ ਮੈਂ ਇੱਕ ਐਡ ਕਰਾਂਗਾ, ਤੁਸੀਂ ਜਿਵੇਂ ਕਿਹਾ ਕਿ ਕਿਸੇ ਨੇ ਤੁਹਾਡੇ, ਮੈਂ ਬਹੁਤ ਵਧੀਆ ਕੱਪੜੇ ਪਾਏ ਹੈ, ਹੁਣ ਜੇ ਤੁਸੀਂ ਕੱਪੜੇ ਪਾਏ ਸੋਸਾਇਟੀ ਨੂੰ ਵਿਖਾਉਣ ਵਾਸਤੇ, ਫਿਰ ਤੇ ਤੁਹਾਡੀ ਗਲਤੀ ਹੈ। ਜੇ ਤੇ ਤੁਸੀਂ ਕੱਪੜੇ ਪਾਏ ਆਪਣੇ ਆਪ ਨੂੰ ਖੁਸ਼ ਕਰਨ ਵਾਸਤੇ, ਫਿਰ ਦੈਟ ਇਜ਼ ਲੌਜੀਕਲ ਪੁਆਇੰਟ। ਹੁਣ ਜੇ ਅਗਲੇ ਬੰਦੇ ਨੇ ਤੁਹਾਨੂੰ ਨੈਗੇਟਿਵ ਕੰਪਲੀਮੈਂਟ ਦੇ ਵੀ ਦਿੱਤਾ, ਹੁਣ ਜਿਵੇਂ ਮੈਮ ਨੇ ਕਿਹਾ ਕਿ ਮੈਂ ਉਦਾਸ ਹੋ ਜਾਊਂਗਾ ਜਾਂ ਮੈਨੂੰ ਗੁੱਸਾ ਆਏਗਾ ਉੱਤੇ ਕਿ ਮੈਂ ਇੰਨਾ ਪੈਸਾ ਲਾਇਆ ਆਪਣੇ ਤੇ ਮੈਨੂੰ ਇਹ ਕੰਪਲੀਮੈਂਟ ਮਿਲਿਆ ਜਾਂ ਇਹ ਕਮੈਂਟ ਮਿਲਿਆ, ਇੱਥੇ ਵੀ ਤੁਹਾਡੀ ਗਲਤੀ, ਉਹਦੀ ਗਲਤੀ ਨਹੀਂ ਹੈ। ਮਤਲਬ ਤੁਸੀਂ ਆਪਣੀ ਲਾਈਫ ਦਾ, ਜੇ ਮੈਨੂੰ ਓਵਰਆਲ ਸਮਰੀ ਕ੍ਰਕਸ 'ਚ ਸਮਝਾਵਾਂ, ਆਪਣੀ ਲਾਈਫ ਦਾ ਜੇ ਕੰਟਰੋਲ ਜਾਂ ਉਹਦਾ ਆਪਣਾ ਰਿਮੋਟ ਜਿਹੜਾ ਕਿਸੇ ਹੋਰ ਬੰਦੇ ਨੂੰ ਦਿੱਤਾ ਹੋਇਆ, ਇਹਦੇ 'ਚ ਤੁਹਾਡਾ ਫਾਲਟ ਹੈ, ਹੋਰ ਕਿਸੇ ਦਾ ਫਾਲਟ ਨਹੀਂ ਹੈ। ਸੋ ਤੁਸੀਂ ਖੁਸ਼ ਹੋ ਜਾਂ ਤੁਸੀਂ ਉਦਾਸ ਹੋ, ਇਹ ਤੁਹਾਡੇ ਕਰਮ ਹੈ, ਤੁਹਾਡੇ ਐਕਸ਼ਨ ਹੈ, ਤੁਹਾਡੀ ਸੋਚ ਹੈ। ਤੁਸੀਂ ਸੈਕੰਡ ਪਰਸਨ ਤੇ ਨਾਟ ਈਵਨ, ਮੈਂ ਤੇ ਇਹੀ ਕਹਿੰਦਾ ਹਸਬੈਂਡ ਵਾਈਫ 'ਚ ਵੀ ਜੇ ਕੁਝ ਹੁੰਦਾ ਨਾ, ਤੁਸੀਂ ਥਰਡ ਪਰਸਨ ਨੂੰ ਵਿੱਚ ਲਿਆ ਕੇ ਗਲਤੀ ਕਰਦੇ ਹੋ ਤੇ ਇਹ ਤੁਹਾਡੇ ਤੇ ਹੈ। ਜੇ ਵਾਈਫ ਨਾਲ ਵੀ ਨਹੀਂ ਬਣ ਰਹੀ, ਇਟ ਮੀਨਸ ਇਟਸ ਯੂ ਆਰ ਐਟ ਫਾਲਟ, ਤੁਹਾਡੀ ਵਾਈਫ ਫਾਲਟ ਤੇ ਨਹੀਂ ਹੈ। ਤੁਸੀਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਹ ਅਗੇਨ ਬਹੁਤ ਲੰਬਾ ਟੌਪਿਕ ਹੈਗਾ, ਬਟ ਅਗੇਨ ਤੁਸੀਂ ਆਪਣੇ, ਮੈਂ ਇਹੀ ਕਹੂੰਗਾ ਆਪਣੇ ਤੇ ਤੁਸੀਂ ਫੋਕਸ ਕਰਨਾ ਹੈ, ਹੋਰ ਸੈਕੰਡ ਪਰਸਨ ਤੇ ਵੀ ਨਹੀਂ ਕਰਨਾ, ਭਾਵੇਂ ਉਹ ਤੁਹਾਡੇ ਮਦਰ ਹੈ, ਫਾਦਰ ਹੈ ਜਾਂ ਬੱਚਾ ਹੈ। ਜੀ ਬਾਈ ਜੀ, ਗੱਲਾਂ ਬਾਤਾਂ ਹੋਰ ਵੀ ਬਹੁਤ ਨੇ, ਪਰ ਸਮਾਂ ਇੱਥੇ ਇੱਕ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ ਤੇ ਸਾਡੇ ਅੱਜ ਦੇ ਮਹਿਮਾਨ ਨੇ ਕੰਵਰਪ੍ਰੀਤ ਸਿੰਘ ਨਰੂਲਾ ਜੀ। ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੀ ਵਿੱਚ। ਪੂਜਾ ਜੀ, ਕੈਸਾ ਘੈਂਟ ਮਾਹੌਲ ਹੋਇਆ ਅੱਜ। ਬਿਲਕੁਲ, ਹੈਨਾ। ਅੱਛਾ ਬਾਈ ਜੀ, ਆਪਾਂ ਪੋਜ਼ਿਟਿਵਿਟੀ ਦੀਆਂ ਗੱਲਾਂ ਕਰਦੇ ਪਏ ਆ। ਹੁਣ ਥੋੜਾ ਜਿਹਾ ਮੈਨੂੰ ਲੱਗਦਾ ਦਰਸ਼ਕ ਇਹ ਵੀ ਜਾਣਨਾ ਚਾਹੁੰਦੇ ਕਿ ਪੋਜ਼ਿਟਿਵ ਰਿਹਾ ਕਿੱਦਾਂ ਜਾਵੇ, ਪੋਜ਼ਿਟਿਵ ਰਿਹਾ ਕਿੱਦਾਂ ਜਾਵੇ। ਓਕੇ, ਦੇਖੋ ਇਹ ਵੀ ਆਪਣੇ ਹੱਥ 'ਚ ਅਗੇਨ। ਪਹਿਲੀ ਗੱਲ ਕਿ ਤੁਸੀਂ ਆਪਣੇ ਆਪ ਨੂੰ ਰੋਜ਼ ਕਹਿਣਾ, ਮੈਂ ਟਿਪਸ 1-2 ਟਿਪਸ ਦਊਂਗਾ। ਰੋਜ਼ ਕਹਿਣਾ ਹੈ ਆਈ ਐਮ ਅ ਬਿਊਟੀਫੁਲ ਸੋਲ, ਮੈਂ ਇੱਕ ਬਹੁਤ ਹੀ ਸੁੰਦਰ ਆਤਮਾ ਹਾਂ। ਆਪਾਂ ਇਹ ਨਹੀਂ ਕਹਿਣਾ ਕਿ ਮੈਂ ਬਹੁਤ ਵਧੀਆ ਹਿਊਮਨ ਬੀਇੰਗ ਹਾਂ, ਹੈ ਨਾ, ਅਸੀਂ ਸਾਰੇ ਸੋਲਸ ਹਾਂ ਇੱਥੇ। ਦੈਨ ਇੱਕ ਆਪਣੇ ਨਾਲ ਵਾਅਦਾ ਕਰਨਾ ਹੈ ਕਿ ਹਰ ਚੀਜ਼ ਦੇ ਵਿੱਚ ਫਰੋਮ ਮਾਰਨਿੰਗ ਟਿਲ ਨਾਈਟ ਤੁਸੀਂ ਹਰ ਛੋਟੀ ਛੋਟੀ ਚੀਜ਼ ਦੇ ਵਿੱਚ ਵੀ ਪੋਜ਼ਿਟਿਵਿਟੀ ਲੱਭਣੀ ਹੈ, ਖੁਸ਼ੀ ਲੱਭਣੀ ਹੈ।
ਹੁਣ ਉਹ ਭਾਵੇਂ ਹੁਣ ਮੈਂ ਇੱਕ ਹੋਰ ਇੱਥੇ ਐਗਜ਼ਾਮਪਲ ਦਊਂਗਾ, ਮੈਂ ਜਦੋਂ ਸਵੇਰੇ ਉੱਠਦਾ, ਆਈ ਡੋਨਟ ਨੋ ਤੁਹਾਡੀ ਹੈਬਿਟ ਹੈਗੀ ਉਦਾਂ ਦੀ ਤੇ ਹੋਊਗੀ, ਮੈਨੂੰ ਤੁਹਾਡੀ ਨਹੀਂ ਪਤਾ ਤੁਸੀਂ ਸਵੇਰੇ ਉੱਠ ਕੇ ਆਪਣਾ ਜਿਹੜਾ ਬੈੱਡ ਹੈ ਉਹ ਸਾਫ਼ ਕਰਨਾ ਆਪ। ਕਿਉਂ? ਇਹਦਾ ਲੌਜਿਕ ਹੈ, ਇਹ ਨਹੀਂ ਹੈ ਕਿ ਮੰਮੀ ਡਾਂਟੂਗੀ ਜਾਂ ਪਾਪਾ ਸਾਡੇ ਕੁਝ ਕਹਿਣਗੇ। ਇਹਦਾ ਇਹ ਲੌਜਿਕ ਹੈ ਕਿ ਜਦੋਂ ਤੁਸੀਂ ਬਾਹਰ ਜਾਣੇ ਹੋ, ਕਿਉਂਕਿ ਅਸੀਂ ਹੁਣ ਪ੍ਰੋਫੈਸ਼ਨ 'ਚ ਹੈਗੇ, ਇੰਡਸਟਰੀ 'ਚ ਅਸੀਂ ਬਹੁਤ ਕੁਝ ਦੇਖਣਾ ਹੈ ਨਾ, ਬਹੁਤ ਅਪਸ ਐਂਡ ਡਾਊਨਸ ਦੇਖਣੇ ਹੈ, ਬਹੁਤ ਲੜਾਈਆਂ ਵੀ ਦੇਖਣੀਆਂ, ਦਿਹਾੜੀ 'ਚ ਬਹੁਤ ਕੁਝ ਹੁੰਦਾ ਹੈ, ਤਾਂ ਕਿ ਜਦੋਂ ਤੁਸੀਂ ਘਰ ਵਾਪਸ ਆਓ ਤੇ ਤੁਸੀਂ ਸਾਨੂੰ ਇੱਕ ਬਹੁਤ ਸੋਹਣਾ এনवायरमेंट ਮਿਲੇ ਕਿ ਹਾਂ ਯਾਰ ਹੁਣ ਮੈਂ ਬਸ ਆਰਾਮ ਕਰਨਾ ਇੱਥੇ। ਇਹ ਦੇਖਣਾ ਹੈ ਤੁਹਾਡੇ ਆਪਸ ਬਹੁਤ ਜ਼ਿਆਦਾ ਅਗੇਨ ਉਹ ਤੁਹਾਡੀ ਜਿਹੜਾ એનર્ਜੀ ਲੈਵਲ ਡਾਊਨ ਹੋਇਆ ਸੀ ਪੂਰੇ ਦਿਨ 'ਚ ਉਹ ਅਪ ਹੋ ਜਾਊਗਾ। ਇਹ ਇੱਕ ਟਿਪ ਸੀਗੀ। ਦੂਜਾ ਪੋਜ਼ਿਟਿਵ ਰਹਿਣ ਦੇ ਨਾਲ ਓਬਵੀਅਸਲੀ ਤੁਹਾਡੇ ਜਿਹੜੇ ਸੋਚ ਹੈ, ਤੁਹਾਡੇ ਥਾਟਸ ਹੈ, ਤੁਸੀਂ ਕੀ ਸੋਚ ਰਹੇ ਹੋ, ਤੁਸੀਂ ਕੀ ਵੇਖ ਰਹੇ ਹੋ, ਤੁਸੀਂ ਕੀ ਖਾ ਰਹੇ ਹੋ, ਇਹ ਸਭ ਚੀਜ਼ਾਂ 'ਤੇ ਬਹੁਤ ਧਿਆਨ ਦੇਣਾ ਪੈਣਾ ਹੈ ਨਾ। ਇਹ ਛੋਟੀਆਂ ਛੋਟੀਆਂ ਅਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਸੋਚਦੇ ਹਾਂ। ਹੁਣ ਜੇ ਅਸੀਂ ਸਾਰਾ ਦਿਨ ਇਹੀ ਸੋਚੀ ਜਾਵਾਂਗੇ ਕਿ ਮੈਂ ਪੈਸਾ ਕਿਵੇਂ ਕਮਾਵਾਂ, ਮੈਂ ਪੈਸਾ ਕਿਵੇਂ ਕਮਾਵਾਂ, ਜੇ ਪੈਸੇ ਦੀ ਹੀ ਤੁਸੀਂ ਉਹ ਲਾਈ ਰੱਖੀ ਹੈ ਆਪਣੀ ਹੈਬਿਟ ਹੈ, ਫਿਰ ਆਈ ਐਮ ਸੌਰੀ ਤੁਹਾਨੂੰ ਕੋਈ ਵੀ ਮੋਟੀਵੇਸ਼ਨਲ ਵੀਡੀਓ ਜਾਂ ਕੁਝ ਗੱਲ ਪੱਲੇ ਨਹੀਂ ਪੈਣੀ। ਪਰ ਜੇ ਤੁਸੀਂ ਛੋਟੀ ਛੋਟੀ ਚੀਜ਼ 'ਚ ਆਪਣੀ ਖੁਸ਼ੀ ਲੱਭੋਗੇ ਨਾ, ਤੁਹਾਡਾ ਜਿਹੜਾ ਸਫ਼ਰ ਹੈ ਉਹ ਬਹੁਤ ਕਾਮ, ਪੋਲਾਈਟ ਐਂਡ ਬਹੁਤ ਹੈਪੀਨੈਸ ਦੇ ਤਰੀਕੇ ਨਾਲ ਉਹ ਗੁਜ਼ਰ ਸਕਦਾ ਹੈ। ਸੋ ਫਾਈਂਡ ਹੈਪੀਨੈਸ ਇਨ ਲਿਟਲ ਥਿੰਗਸ। ਇਹ ਮੇਰਾ ਇੱਕ ਟਿਪ ਹੈਗਾ ਕਿ ਆਪਾਂ ਕਿੱਦਾਂ ਖੁਸ਼ ਰਹਿ ਸਕਦੇ ਹਾਂ। ਪਲੱਸ ਓਬਵੀਅਸਲੀ ਜਿਵੇਂ ਆਪਾਂ ਗੱਲ ਕੀਤੀ ਸੈਲਫ ਲਵ ਦੀ, ਉਹ ਤੇ ਕਰਨੀ ਹੈ। ਜੀ ਤੇ ਖੁਦ ਨੂੰ ਮਤਲਬ ਇੱਕ ਟਿਪ ਹੋਰ ਐਡ ਕਰ ਸਕਦੀ ਹਾਂ ਇਹਦੇ ਵਿੱਚ, ਮੈਂ ਕਰਦੀ ਹਾਂ ਅਕਸਰ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਆਪਣੇ ਆਪ ਨਾਲ ਗੱਲ ਕਰਦੀ ਹਾਂ ਔਰ ਆਪਣੇ ਆਪ ਨੂੰ ਮੋਟੀਵੇਟ ਕਰਦੀ ਹਾਂ ਕਿ ਯੈਸ ਮਤਲਬ ਆਪਾਂ ਇਹ ਚੀਜ਼ ਕਰ ਸਕਦੇ ਹਾਂ ਐਂਡ ਅਸੀਂ ਬਹੁਤ ਵਧੀਆ ਕਰ ਰਹੇ ਹਾਂ ਐਂਡ ਅੱਗੇ ਵੀ ਵਧੀਆ ਕਰਾਂਗੇ। ਸੋ ਇਦਾਂ ਦੀਆਂ ਜਿੰਨੀਆਂ ਵੀ ਅਫਰਮੇਸ਼ਨਸ ਜਿਹਨੂੰ ਕਹਿ ਲੈਂਦੇ ਆ ਕਿ ਅਸੀਂ ਆਪਣੇ ਆਪ ਨੂੰ ਦੇ ਸਕਦੇ ਹਾਂ, ਤੇ ਜਿੰਨੀ ਵੀ ਅਸੀਂ ਗੱਲ ਆਪਣੇ ਆਪ ਨਾਲ ਕਰਦੇ ਹਾਂ, ਮੈਨੂੰ ਲੱਗਦਾ ਕਿ ਜਦੋਂ ਵੀ ਤੁਸੀਂ ਥੋੜਾ ਜਿਹਾ ਲੋ ਫੀਲ ਕਰਦੇ ਹੋ ਦੈਨ ਉੱਥੇ ਤੁਹਾਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਨਹੀਂ ਮੈਂ ਖੁਸ਼ ਹਾਂ, ਨਹੀਂ ਸਭ ਕੁਝ ਠੀਕ ਹੈ। ਤੇ ਉਹ ਤੁਹਾਡੀ એનર્ਜੀ ਇਸ ਤਰੀਕੇ ਦੀ ਹੋ ਜਾਂਦੀ ਹੈ ਕਿ ਤੁਹਾਡਾ ਆਲਾ ਦੁਆਲਾ ਆਪਣੇ ਆਪ ਹੀ ਸੋਹਣਾ ਦਿਖਣਾ ਸ਼ੁਰੂ ਹੋ ਜਾਂਦਾ। ਬਟ ਸਮਾਈਲ ਵੀ ਰੱਖੋਗੇ ਬਿਲਕੁਲ ਤੇ ਓਬਵੀਅਸਲੀ ਤੁਸੀਂ ਟਰਾਈ ਕਰਿਓ, ਕੁਝ ਵੀ ਸਿਚੁਏਸ਼ਨ ਹੈ, ਕੋਈ ਵੀ ਨੈਗੇਟਿਵ ਸਿਚੁਏਸ਼ਨ ਹੈ, ਇੱਕ ਸਮਾਈਲ ਕਰ ਦਿਓ, ਦੇਖਿਓ ਆਪੇ ਸਾਰਾ এনवायरमेंट ਚੇਂਜ ਹੋ ਜਾਣਾ। ਜੇ ਤੁਹਾਡੇ ਸਾਹਮਣੇ ਕੋਈ ਵੀ, ਹੁਣ ਮੇਰੇ ਸਾਹਮਣੇ ਕੋਈ ਵੀ ਬੰਦਾ ਉਦਾਸ ਬੈਠਾ ਹੁੰਦਾ ਨਾ, ਜੇ ਤੇ ਰੋ ਰਿਹਾ ਹੈ, ਟੂ ਬੀ ਵੈਰੀ ਓਨੈਸਟ ਮੈਂ ਉਹਨੂੰ ਚੁੱਪ ਨਹੀਂ ਕਰਾ ਸਕਦਾ, ਮੈਂ ਕਿਹਾ ਉਹਦੀ ਗਲਤੀ ਹੈ, ਉਹ ਰੋ ਰਿਹਾ ਠੀਕ ਹੈ। ਬਟ ਜੇ ਕੋਈ ਉਦਾਸ ਬੈਠਾ ਹੈ, ਇੱਕ ਤੁਸੀਂ ਸਮਾਈਲ ਪਾਸ ਕਰ ਦੋਗੇ ਨਾ, ਜਾਂ ਉਹਨੂੰ ਬੜਾ ਆਰਾਮ ਨਾਲ ਪੁੱਛ ਲੋਗੇ ਯਾਰ ਕੀ ਹੋਇਆ, ਉਹ ਦੇਖਿਓ ਉਹਦਾ ਵੀ ਜਿਹੜਾ ਐਂਬੀਐਂਸ ਉਹ ਚੇਂਜ ਹੋ ਜਾਊਗਾ। ਤੇ ਕਦੀ ਬਾਈ ਜੀ ਇਸ ਤਰ੍ਹਾਂ ਹੋਇਆ ਕੋਈ ਨੈਗੇਟਿਵ ਬੰਦਾ ਤੁਹਾਡੇ ਕੋਲ ਆਇਆ ਹੋਵੇ ਤੇ ਐ ਨਾ ਭਰ ਕੇ ਫਿਰ ਪੋਜ਼ਿਟਿਵ ਹੋ ਕੇ ਵਾਪਸ ਗਿਆ ਹੋਵੇ? ਅਕਸਰ ਬਹੁਤ ਵਾਰੀ ਹੁਣ ਮੈਨੂੰ ਨਹੀਂ ਲੱਗਦਾ ਉਹ ਹੋਇਆ ਕਿ ਨਹੀਂ, ਬਟ ਉਹਦੇ ਐਕਸ਼ਨਸ ਤੋਂ ਮੈਨੂੰ ਪਤਾ ਲੱਗ ਜਾਂਦਾ ਕਿ ਹਾਂ ਹੁਣ ਕੁਝ ਚੇਂਜ ਆਇਆ। ਲੋਕੀ ਕਹਿ ਜਾਂਦੇ ਨੇ ਕਿ ਹਾਂ ਬਹੁਤ ਵਧੀਆ ਹੋਇਆ, ਬਹੁਤ ਵਧੀਆ ਲੱਗਾ ਤਾਂ ਨਾਲ ਗੱਲ ਕਰਕੇ, ਹੈ ਨਾ, ਬਹੁਤ ਕੁਝ ਸਿੱਖਿਆ ਮੈਂ। ਉਹ ਉਦੋਂ ਤੱਕ ਫਾਇਦਾ ਨਹੀਂ ਹੈ ਜਦ ਤੱਕ ਤੁਸੀਂ ਉਸ ਚੀਜ਼ ਨੂੰ ਇੰਪਲੀਮੈਂਟ ਨਹੀਂ ਕਰੋਗੇ। ਉਹ ਇੰਪਲੀਮੈਂਟ ਕਰਨਾ, ਉਹਦੇ ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਮੈਂ ਬੋਲ ਕੇ ਚੱਲ ਜਾਊਂਗਾ, ਹੈ ਨਾ, ਅਗਲੇ ਨੇ ਕਹਿਣਾ ਜੀ ਚੱਲ ਠੀਕ ਹੈ ਜਦ ਕੰਮ ਹੈ ਬੋਲਣਾ। ਅਗੇਨ ਇੱਥੇ ਸੋਚ ਆ ਗਈ, ਹੈ ਨਾ। ਮੇਰੇ ਕੋਲ ਮੈਂ ਦਿਨ 'ਚ ਮੇਰੇ ਵੀ ਆਫਿਸ ਦੇ ਵਿੱਚ ਬਹੁਤ ਲੋਕ ਇੱਦਾਂ ਮਿਲਦੇ ਆ ਮੈਨੂੰ, ਮੇਰੀ ਟੀਮ ਅਕਸਰ ਨੈਗੇਟਿਵ ਹੋ ਜਾਂਦੀ ਹੈ ਕੰਮ ਕਰਦੇ ਕਰਦੇ। ਉਹ ਮੈਨੂੰ ਪੁੱਛਦੇ ਸਰ ਤੁਹਾਨੂੰ ਕੋਈ ਟੈਨਸ਼ਨ ਹੀ ਨਹੀਂ ਹੁੰਦੀ ਕਿਸੇ ਚੀਜ਼ ਦੀ, ਤੁਸੀਂ ਇੱਕ ਚੇਅਰ 'ਤੇ ਬੈਠੇ ਹੋ। ਉਹਨਾਂ ਨੇ ਟੂ ਬੀ ਵੈਰੀ ਓਨੈਸਟ ਅੱਜ ਤੱਕ ਨਹੀਂ ਦੇਖਿਆ ਹੋਣਾ ਕਿ ਮੈਂ ਉਹਨਾਂ ਨਾਲ ਬਹਿਸ ਕੀਤੀ ਹੋਵੇ ਜਾਂ ਆਰਗੂਮੈਂਟ ਕੀਤਾ ਹੋਵੇ। ਮੇਰਾ ਇੱਕ ਫੰਡਾ ਆ, ਜੇ ਮੈਨੂੰ ਗੁੱਸਾ ਆ ਰਿਹਾ ਨਾ ਮੈਂ ਸ਼ਾਂਤ ਬਹਿ ਜਾਊਂਗਾ, ਮੈਂ ਅੱਗੋਂ ਜਵਾਬ ਨਹੀਂ ਦਊਂਗਾ, ਮੈਂ ਸ਼ਾਂਤ ਬਹਿ ਜਾਊਂਗਾ। ਮੈਂ ਕਹੂੰਗਾ ਲੀਵ ਮੀ ਅਲੋਨ ਫॉर 5 ਮਿੰਟਸ। 5 ਮਿੰਟ ਵਿੱਚ ਗੁੱਸਾ ਸ਼ਾਂਤ 1 ਮਿੰਟ 'ਚ ਹੋ ਜਾਂਦਾ। ਅੱਛਾ, ਲੰਬੇ ਸਾਹ ਲਓ, ਠੀਕ ਹੈ, ਜਾਂ ਵਾਹਿਗੁਰੂ ਦਾ ਨਾਮ ਲੈ ਲਓ, ਜਾਂ ਅਗੇਨ ਆਪਣੇ ਆਪ ਨੂੰ ਬੂਸਟ ਕਰਨ ਲਈ ਜਿਵੇਂ ਪੂਜਾ ਜੀ ਨੇ ਕਿਹਾ ਕਿ ਭਾਈ ਸ਼ੀਸ਼ੇ ਦੇ ਅੱਗੇ ਖੜੇ ਹੋ ਜਾਂਦੇ ਆ। ਹੁਣ ਜੇ ਉੱਥੇ ਸ਼ੀਸ਼ਾ ਨਹੀਂ ਹੈਗਾ ਬਟ ਉਹ ਅਫਰਮੇਸ਼ਨਸ ਤੇ ਤੁਸੀਂ ਲੈ ਸਕਦੇ ਹੋ ਨਾ, ਇੱਥੇ ਬਹਿ ਕੇ ਵੀ ਅਫਰਮੇਸ਼ਨ ਲੈ ਸਕਦੇ ਹੋ, ਕਵਰ ਨਹੀਂ ਯਾਰ ਤੂੰ ਗੁੱਸਾ ਨਹੀਂ ਹੋਣਾ। ਇਹ ਚੀਜ਼ ਤੁਹਾਨੂੰ ਮੋਟੀਵੇਟ ਕਰਦੀ ਹੈ। ਤੁਸੀਂ ਸੈਲਫ ਲਵ। ਹਾਂ, ਇੱਥੇ ਹੋਰ ਇੱਕ ਚੀਜ਼ ਐਡ ਕਰਨਾ ਚਾਹੂੰਗੀ, ਜਦੋਂ ਲੱਗੇ ਕਿ ਤੁਹਾਨੂੰ ਗੁੱਸਾ ਆ ਰਿਹਾ ਹੈ ਏਦਾਂ, ਤੇ ਤੁਸੀਂ ਕੋਈ ਵੀ ਆਪਣੀ ਲਾਈਫ ਦਾ ਜਿਹੜਾ ਚੰਗਾ ਮੂਵਮੈਂਟ ਹੈ ਨਾ ਉਸ ਨੂੰ ਯਾਦ ਕਰ ਲਓ, ਉਹਦੇ ਨਾਲ ਵੀ ਤੁਸੀਂ ਜਲਦੀ ਪੋਜ਼ਿਟਿਵ ਹੋ ਜਾਂਦੇ ਹੋ। ਅਗੇਨ ਉਹੀ ਹੈ, ਸਾਰਾ ਕੁਝ ਸਾਡੇ ਹੱਥ 'ਚ ਹੈ। ਅੱਜ ਮੈਨੂੰ ਪਤਾ ਕੀ ਲੱਗ ਰਿਹਾ, ਇੱਥੇ ਇਕੱਲੇ ਨੂੰ ਬਹਿਣਾ ਚਾਹੀਦਾ ਸੀ, ਇੱਕ ਕੁਰਸੀ ਉੱਧਰ ਚਾਹੀਦੀ ਸੀ। ਉਹ ਗੱਲਾਂ ਹੀ ਬਹੁਤ ਸਾਰੀਆਂ ਨੇ, ਕਿਉਂਕਿ ਉਹ ਵੀ ਇੰਪਲੀਮੈਂਟ ਕਰਦੇ ਹੋ ਉਸ ਚੀਜ਼ ਨੂੰ। ਇਹ ਪ੍ਰੈਕਟਿਸ ਦੇ ਨਾਲ ਹੁੰਦੀਆਂ ਨੇ ਚੀਜ਼ਾਂ, ਕਿਉਂਕਿ ਇੱਕ ਵਾਰੀ ਤੁਹਾਨੂੰ ਕਿਸੇ ਨੇ ਦੱਸਤਾ ਤੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਦੂਸਰੇ ਦਿਨ ਉਹ ਕਰਨਾ ਸ਼ੁਰੂ ਕਰਤਾ, ਤੀਸਰੇ ਦਿਨ ਫਿਰ ਤੁਹਾਡੇ ਨਾਲ ਕੁਝ ਇਦਾਂ ਦਾ ਹੋ ਗਿਆ ਤੇ ਫਿਰ ਤੁਸੀਂ ਗੁੱਸਾ ਕਰ ਸਕਦੇ ਹੋ ਨਾ, ਦੁਖੀ ਹੋ ਸਕਦੇ ਹੋ। ਪਰ ਜਦੋਂ ਤੁਸੀਂ ਡੇਲੀ ਇਹਦੀ ਪ੍ਰੈਕਟਿਸ ਕਰਦੇ ਹੋ ਫਿਰ ਤੁਹਾਡਾ ਸੁਭਾਅ ਹੀ ਉਦਾਂ ਦਾ ਬਣ ਜਾਂਦਾ ਹੈ ਨਾ। ਆਫ ਕੋਰਸ ਜੀ। ਸੋ ਹੁਣ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਹਟ ਕੇ ਤੁਹਾਡੀ ਲਾਈਫ ਤੇ ਵਾਪਸ ਆਉਂਦੇ ਆ। ਨਹੀਂ, ਦੇਖੋ ਉਹਨਾਂ ਦੀ ਲਾਈਫ ਜਿਹੜੀ ਹੈ ਨਾ, ਮੋਟੀਵੇਸ਼ਨਲ ਸਪੀਕਰ ਬਣੇ ਨੇ, ਪੋਜ਼ਿਟਿਵਿਟੀ ਆਈ ਹੈ, ਤੇ ਉਹ ਵੀ ਉਹਨਾਂ ਦੇ ਜਿਹੜੇ ਪੜਾਅ ਨਿਕਲੇ ਨੇ ਜ਼ਿੰਦਗੀ ਦੇ ਉਹਨਾਂ ਚੋਂ ਹੀ ਆਈ ਹੈ ਨਾ। ਸੋ ਹੁਣ ਤੁਸੀਂ ਅੱਗੇ ਜਾ ਕੇ PR ਮੈਨੇਜਰ ਵੀ ਬਣੇ ਹੋ, ਤੇ ਉਹ ਵਾਲਾ ਸਫ਼ਰ ਕਿੱਦਾਂ ਦਾ ਰਿਹਾ ਤੁਹਾਡਾ?
ਦੇਖੋ ਪੀਆਰ ਮੈਨੇਜਰ ਤੋਂ ਪਹਿਲਾਂ ਮੈਂ ਟੀਚਿੰਗ 'ਚ ਵੀ ਸੀ। ਮੈਂ ਟੀਚਿੰਗ ਵੀ ਕੀਤੀ 1.5 ਸਾਲ। ਮੈਂ ਲੁਧਿਆਣਾ ਇੱਕ ਕਾਲਜ ਵਿੱਚ ਸੀਗਾ। ਮੈਂ ਜਰਨਲਿਜ਼ਮ ਡਿਪਾਰਟਮੈਂਟ ਸ਼ੁਰੂ ਕੀਤਾ ਸੀ ਉੱਥੇ। ਫਿਰ ਮੈਨੂੰ ਲੱਗਾ ਹੁਣ ਜਿਵੇਂ ਮੈਂ ਅਗੇਨ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਲਾਅ ਆਫ ਅਫਰਮੇਸ਼ਨ, ਲਾਅ ਆਫ ਅਟਰੈਕਸ਼ਨ ਦੀ, ਜੋ ਬਾਅਦ 'ਚੋਂ ਮੈਨੂੰ ਪਤਾ ਲੱਗਾ। ਇੱਕ ਤਾਂ ਮੈਂ ਟੈਲੀਵਿਜ਼ਨ ਦੇਖਦਾ ਸੀ ਬਚਪਨ 'ਚ, ਇੱਕ ਮੈਂ ਸਾਡੇ ਘਰ ਦਾ ਜਿਹੜਾ ਮੇਨ ਗੇਟ ਹੈ ਉਹ ਲੋਹੇ ਦਾ ਹੁੰਦਾ ਸੀ, ਉੱਥੇ ਮੈਂ ਚੌਕ ਨਾਲ ਲਿਖਦਾ ਹੁੰਦਾ ਸੀ। ਮੈਂ ਜਦੋਂ ਵੀ ਸਕੂਲ ਤੋਂ ਵਾਪਸ ਆਉਣਾ ਮੈਂ ਉੱਥੇ ਚੌਕ ਨਾਲ ਲਿਖ ਕੇ, ਮੇਰੇ ਸਾਹਮਣੇ ਇੱਦਾਂ ਸੀਗਾ ਬਹੁਤ ਵੱਡਾ ਵਰਾਂਡਾ ਸੀ ਮੇਰੇ, ਮੈਂ ਨਾ ਐਵੇਂ ਇਮੈਜਿਨ ਕਰਦਾ ਸੀ ਮੇਰੇ ਸਾਹਮਣੇ ਜਵਾਕ ਬੈਠੇ, ਬੱਚੇ ਬੈਠੇ, ਮੈਂ ਉਹਨਾਂ ਨੂੰ ਪੜ੍ਹਾਉਂਦਾ ਪਿਆ। ਹੁਣ ਜੇ ਕਿਸੇ ਨੇ ਹੋਮਵਰਕ ਨਹੀਂ ਕੀਤਾ, ਇਮੈਜੀਨੇਸ਼ਨ ਦੇਖੋ, ਕਿਸੇ ਨੇ ਹੋਮਵਰਕ ਨਹੀਂ ਕੀਤਾ, ਮੈਂ ਨਾ ਦੀਵਾਰਾਂ ਤੇ ਥੱਪੜ ਮਾਰਦਾ ਹੁੰਦਾ ਸੀ ਜ਼ੋਰ ਦੀ, ਭਾਵੇਂ ਲੱਗਦੀ ਮੈਨੂੰ ਹੀ ਹੁੰਦੀ ਸੀ ਪਰ ਮੈਂ ਗੁੱਸਾ ਕਰਦਾ ਹੁੰਦਾ ਸੀ ਕਿ ਤੂੰ ਕੰਮ ਕਿਉਂ ਨਹੀਂ ਕਰਕੇ ਆਇਆ। ਜਿਹੜੇ ਆਸ-ਪਾਸ ਦੇ ਨੇਬਰਸ ਉਹ ਬਾਹਰ ਆ ਜਾਂਦੇ ਆ, ਕੀ ਕਰੀ ਜਾਂਦਾ ਤੂੰ। ਉਹ ਰਿਅਲਾਈਜੇਸ਼ਨ ਹੋਈ ਕਿ ਮੈਂ ਉਸ ਚੀਜ਼ ਵੱਲ ਸੀ ਕਿ ਮੈਨੂੰ ਟੀਚਿੰਗ 'ਚ ਜਾਣਾ, ਮੈਨੂੰ ਇੱਕ ਬਹੁਤ ਵਧੀਆ ਪ੍ਰੋਫੈਸ਼ਨ ਲੱਗਦਾ ਉਹ, ਹੈ ਨਾ, ਬੱਚਿਆਂ ਨੂੰ ਪੜ੍ਹਾਉਣਾ, ਉਹਨਾਂ ਨਾਲ ਗੱਲਬਾਤ ਕਰਨਾ। ਅੱਜ ਵੀ ਮੈਂ ਯੂਥ ਨਾਲ ਜੇ ਗੱਲ ਕਰਾਂ ਮੈਨੂੰ ਬਹੁਤ ਵਧੀਆ ਲੱਗਦਾ। ਪਰ ਜਦੋਂ ਮੈਂ ਟੀਚਿੰਗ 'ਚ ਆ ਗਿਆ, ਮੈਨੂੰ ਇੱਕ ਮੌਕਾ ਮਿਲਿਆ, ਮੈਂ ਟੀਚਰ ਐਜ਼ ਅ HOD ਜੁਆਇਨ ਕੀਤਾ ਸੀ ਉੱਥੇ। ਦੈਨ ਮੈਨੂੰ ਰਿਅਲਾਈਜੇਸ਼ਨ ਹੋਈ ਕਿ ਹੁਣ ਜਿਹੜਾ ਟੀਚਿੰਗ ਹੈ ਉਹ ਟੀਚਿੰਗ ਨਹੀਂ ਰਿਹਾ, ਉਹ ਸਿਰਫ ਹੁਣ ਪੜ੍ਹਾਉਣਾ ਨਹੀਂ ਰਹਿ ਗਿਆ, ਉਹ ਬਹੁਤ ਕੁਛ ਹੈ। ਉਹਦੇ 'ਚ ਐਡਮਿਨਿਸਟ੍ਰੇਸ਼ਨ ਦੇ ਕੰਮ ਆ ਗਏ, ਬਹੁਤ ਆਲਤੂ ਫਾਲਤੂ ਦੇ ਕੰਮ ਹੈ ਜਿਹੜਾ ਕਿ ਇੱਕ ਟੀਚਰ ਨੂੰ ਸ਼ੋਭਾ ਨਹੀਂ ਦਿੰਦਾ। ਐਂਡ ਇੱਕ ਸਟੂਡੈਂਟਸ ਵੱਲੋਂ ਵੀ ਇਹ ਚੀਜ਼ ਹੁਣ ਹੋਣੀ ਸ਼ੁਰੂ ਹੋ ਗਈ ਹੈ, ਉਹ ਰਿਸਪੈਕਟ ਘਟਦੀ ਜਾ ਰਹੀ ਹੈ ਟੀਚਰਸ ਵਾਸਤੇ ਬਹੁਤ ਜ਼ਿਆਦਾ। ਮੈਂ ਤਾਂ ਹੈ ਹੀ ਐਸੇ ਐਜੂਕੇਸ਼ਨ ਲਾਈਨ ਦੇ ਵਿੱਚ। ਦੈਨ PR ਦਾ ਇੱਦਾਂ ਸੀਗਾ ਕਿ ਜਦੋਂ ਮੈਂ ਪੋਸਟ ਗ੍ਰੈਜੂਏਸ਼ਨ ਖਤਮ ਕੀਤੀ, ਮੈਂ PTU ਜੁਆਇਨ ਕੀਤਾ ਮੇਨ ਕੈਂਪਸ, ਉੱਥੇ ਮੈਂ PR ਡਿਪਾਰਟਮੈਂਟ 'ਚ ਸੀ। ਦੈਨ ਮੈਂ ਦਿੱਲੀ PR 'ਚ ਰਿਹਾ ਹਾਂ। ਹੁਣ ਕੀ ਹੈ, ਇੱਕ ਤੁਸੀਂ ਐਜ਼ ਅ ਜਰਨਲਿਸਟ ਹੋ ਤੇ ਇੱਕ ਐਜ਼ ਅ PR, ਰੋਲ ਰਿਵਰਸਲ ਹੈ ਦੋਵੇਂ, ਹੈ ਨਾ। ਇੱਕ ਤੁਸੀਂ ਮੀਡੀਆ ਨਾਲ ਸੰਪਰਕ ਕਰਨਾ ਹੈ ਤੇ ਇੱਕ PR ਇੱਕ ਮੀਡੀਆ ਨੂੰ ਸੰਪਰਕ ਕਰ ਰਿਹਾ, ਦੋਵੇਂ ਇੱਕ ਡਿਫਰੈਂਟ ਚੀਜ਼ਾਂ ਨੇ। ਸੋ ਮੈਂ ਦੋਵੇਂ ਰੋਲਸ ਨਿਭਾਏ, ਕੀਤਾ ਮੈਂ ਬਹੁਤ ਕੁਛ ਹੋਇਆ, ਜਿਵੇਂ ਕਹਿੰਦੇ ਜੈਕ ਆਫ ਆਲ ਟ੍ਰੇਡਸ, ਉਹ ਮੇਰਾ ਹਿਸਾਬ ਸੀਗਾ। ਮੈਂ ਇੱਕ ਟਾਈਮ ਤੇ 6 ਜਗ੍ਹਾ ਤੇ ਵੀ ਆਪਣੇ ਪੈਰ ਪਸਾਰੇ ਹੋਏ ਸੀ। ਬਟ ਫਿਰ ਜਦੋਂ ਮੈਂ PR ਦੇ ਵਿੱਚ ਆਇਆ, ਮੈਨੂੰ ਬਹੁਤ ਵਧੀਆ ਲਾਈਨ ਲੱਗੀ, ਕਿਉਂਕਿ ਕਿਤੇ ਨਾ ਕਿਤੇ ਆਉਂਦਾ ਸਰਵਾਈਵਲ। ਤੁਸੀਂ ਜਿੰਨੇ ਮਰਜ਼ੀ ਮੋਟੀਵੇਟ ਹੋ ਜਾਓ, ਤੁਹਾਨੂੰ ਓਬਵੀਅਸਲੀ ਪੇਟ ਭਰਨ ਵਾਸਤੇ ਪੈਸਾ ਤੇ ਚਾਹੀਦਾ ਹੀ ਹੈ ਨਾ, ਰੋਟੀ ਤੇ ਖਾਣੀ ਹੈ। ਹੁਣ ਜਰਨਲਿਜ਼ਮ ਦੇ ਵਿੱਚ, ਪੱਤਰਕਾਰਿਤਾ ਦੇ ਵਿੱਚ ਇੰਨਾ ਪੈਸਾ ਨਹੀਂ ਹੈਗਾ ਜੇ ਮੈਂ ਲੋਕਲ ਪੰਜਾਬ ਦੀ ਗੱਲ ਕਰਾਂ। ਦੈਨ ਆਈ ਥੋਟ ਸਵਿਚ ਟੂ PR, ਐਡਵਰਟਾਈਜ਼ਿੰਗ PR, ਉਹਦੇ 'ਚ ਹੈਗਾ ਪੈਸਾ। ਦੈਨ ਮੈਨੂੰ ਓਪਰਚੁਨਿਟੀ ਮਿਲੀ ਦਿੱਲੀ ਜਾਣ ਦੀ, ਮੈਂ ਉੱਥੇ ਐਕਸਪੋਜ਼ਰ ਲਿਆ ਮੈਟਰੋ ਸਿਟੀ ਦਾ। ਦੈਨ ਕਮਿੰਗ ਬੈਕ ਟੂ ਲੁਧਿਆਣਾ, ਟੀਚਿੰਗ ਤੋਂ ਬਾਅਦ ਮੈਂ ਹੁਣ ਸਿਟੀ ਗਰੁੱਪ ਦੇ ਵਿੱਚ 3 ਸਾਲ ਪਹਿਲਾਂ 2017 ਵਿੱਚ ਜੁਆਇਨ ਕੀਤਾ। ਬਹੁਤ ਵਧੀਆ ਮੇਰਾ ਐਕਸਪੋਜ਼ਰ ਰਿਹਾ ਉੱਥੇ ਕਿ ਜੇ ਮੈਂ ਜਲੰਧਰ 'ਚ ਹਾਂ ਤੇ ਸਿਟੀ ਐਂਡ ਇੱਕ ਦੋ ਹੋਰ ਜਿਹੜੀਆਂ ਬਿਗ ਲੈਵਲ ਯੂਨੀਵਰਸਿਟੀਜ਼ ਹੈਗੀਆਂ, ਜੇ ਉੱਥੇ ਕੰਮ ਕਰ ਲਿਆ, ਇਟ ਮੀਨਸ ਯੂ ਆਰ ਸਕਸੈਸਫੁਲ। ਸੋ ਉਸ ਚੇਅਰ ਦੀ ਜਿਹੜੀ PRO ਦੀ ਚੇਅਰ ਹੈ ਸਿਟੀ ਦੀ, ਜਦੋਂ ਮੈਂ ਜੁਆਇਨ ਕਰਨਾ ਸੀ, ਬਹੁਤ ਸਾਰੇ ਜਰਨਲਿਸਟ ਦੀ, ਸੀਨੀਅਰ ਐਡੀਟਰਸ ਦੀ ਨਜ਼ਰ ਸੀਗੀ ਉਸ ਚੇਅਰ ਦੇ ਉੱਪਰ। ਬਟ ਆਈ ਡੋਂਟ ਨੋ ਕੁਦਰਤ ਨੇ ਕੀ ਖੇਲ ਰਚਿਆ ਕਿ ਮੈਨੂੰ ਸਿਰਫ ਇਹ ਇੰਟਰਵਿਊ ਵਾਸਤੇ ਕਾਲ ਨਹੀਂ ਆਈ ਸੀ, ਮੈਨੂੰ ਜੁਆਇਨਿੰਗ ਵਾਸਤੇ ਕਾਲ ਆਈ ਸੀ ਕਿ ਤੁਸੀਂ ਜੁਆਇਨ ਕਰਨਾ ਹੈ। ਤੇ ਦੈਨ ਉਹ ਜਿਹੜੀ ਸੈਲਰੀ ਡਿਸਕਸ਼ਨਸ ਵਗੈਰਾ ਹੋਈਆਂ। ਮੇਰਾ ਉਹ ਸਫ਼ਰ ਹੁਣ ਤੱਕ ਬਹੁਤ ਵਧੀਆ ਚੱਲ ਰਿਹਾ। ਹੁਣ ਇੱਥੇ ਆਪਾਂ ਕੀ ਕਰਦੇ ਹਾਂ, ਆਪਾਂ ਨਾ ਕੋਈ ਜੌਬ ਕਰਦੇ ਹਾਂ, ਅਸੀਂ ਸਾਲ ਬਾਅਦ ਛੱਡ ਦਿੰਦੇ ਹਾਂ। ਅਕਸਰ ਇੱਦਾਂ ਹੁੰਦਾ, ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਸਾਲ ਤੋਂ ਬਾਅਦ ਕਹਿੰਦੇ ਆਪਾਂ ਵੀ ਨੀਡ ਚੇਂਜ। ਯੂ ਨੀਡ ਚੇਂਜ, ਆਫ ਕੋਰਸ ਚੇਂਜ ਜਿਹੜਾ ਉਹ ਚਾਹੀਦਾ ਆਪਣੇ ਲਾਈਫ ਵਿੱਚ ਚਾਹੀਦਾ, ਬਟ ਪਹਿਲਾਂ ਇਹ ਰੀਜ਼ਨ ਪਤਾ ਕਰੋ ਕਿਉਂ ਚਾਹੀਦਾ ਚੇਂਜ। ਅਸੀਂ ਕਹਿੰਦੇ ਹਾਂ ਜੀ ਸਾਡਾ ਬੌਸ ਨਹੀਂ ਵਧੀਆ, ਅਸੀਂ ਕਹਿ ਦਿੰਦੇ ਹਾਂ ਸਾਡਾ ਕੰਮ ਨਹੀਂ ਵਧੀਆ। ਮੇਰੀ ਸੋਚ ਇਹ ਹੈ ਕਿ ਜਦ ਤੱਕ ਤੁਸੀਂ ਆਪਣੇ ਕੰਮ ਨੂੰ ਪਿਆਰ ਕਰਦੇ ਹੋ, ਬੌਸ ਕੀ ਕਹਿ ਰਿਹਾ, ਕੋਈ ਕੁਝ ਕੀ ਕਹਿ ਰਿਹਾ, ਨਹੀਂ ਲੈਣਾ ਦੇਣਾ। ਬਿਲਕੁਲ। ਤੁਹਾਨੂੰ ਬੌਸ ਨੇ, ਮੈਨੂੰ ਅੱਜ ਤੱਕ ਟੂ ਬੀ ਵੈਰੀ ਓਨੈਸਟ, ਮੇਰੇ ਬੌਸ ਨੇ ਅੱਜ ਤੱਕ ਮੈਨੂੰ ਕਦੀ ਉੱਚੀ ਆਵਾਜ਼ 'ਚ ਗੱਲ ਨਹੀਂ ਕੀਤੀ। ਮੈਂ ਇੱਥੇ ਕੈਮਰੇ ਦੇ ਅੱਗੇ ਕਹਿ ਰਿਹਾ, ਉਹਨਾਂ ਨੇ ਵੀ ਕੱਲ੍ਹ ਨੂੰ ਇੰਟਰਵਿਊ ਦੇਖਣੀ ਹੈ, ਪਰ ਸੱਚ ਹੈ ਕਦੇ ਵੀ, ਕਿਉਂਕਿ ਮੈਨੂੰ ਲੱਗਦਾ ਜਦੋਂ ਮੈਂ ਉਹਨਾਂ ਦੇ ਆਫਿਸ 'ਚ ਐਂਟਰ ਕਰਦਾ, ਪੂਰਾ ਜਿਹੜੀ ਵਾਈਬ੍ਰੇਸ਼ਨ, ਜਿਹੜਾ ਐਂਬੀਐਂਸ ਹੈ ਉਹ ਚੇਂਜ ਹੋ ਜਾਂਦਾ। ਮੈਂ ਅੱਖੋਂ ਦੇਖਿਆ ਕਿ ਮੈਂ ਐਂਟਰ ਕਰ ਰਿਹਾ, ਹੀ ਇਜ਼ ਔਨ ਫੋਨ, ਉਹ ਭਾਵੇਂ ਗਾਲਾਂ ਕੱਢ ਰਹੇ ਆ ਜਾਂ ਗੁੱਸੇ 'ਚ ਹੈਗੇ ਆ, ਜਿਵੇਂ ਮੈਂ ਐਂਟਰ ਕਰਦਾ ਨਾ ਉਹ ਨੋਰਮਲ ਹੋ ਜਾਂਦਾ ਮਾਹੌਲ। ਆਈ ਡੋਂਟ ਨੋ ਕਿੱਦਾਂ। ਸੋ ਉਹ ਚੀਜ਼ ਹੈਗੀਆਂ ਕਿ ਤੁਸੀਂ ਆਪਣੇ ਕੰਮ ਨੂੰ ਪਿਆਰ ਕਰ ਰਹੇ ਹੋ, then you can do anything, nobody can stop you। ਤੇ ਬਾਈ ਜੀ ਇੱਥੇ ਹੁਣ ਸਾਡੇ ਕੋਲ ਜਿਹੜਾ ਸਮਾਂ ਬਹੁਤ ਥੋੜਾ ਰਹਿ ਗਿਆ, ਪਰ ਜਾਂਦੇ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਦਰਸ਼ਕਾਂ ਨੂੰ ਇਹੀ ਸੁਨੇਹਾ ਹੈ ਜੀ, ਪੋਜ਼ਿਟਿਵ ਰਹਿਣਾ ਹੈ, ਹਰ ਛੋਟੀ ਚੀਜ਼ ਦੇ ਵਿੱਚ ਆਪਣੀ ਖੁਸ਼ੀ ਲੱਭਣੀ ਹੈ, ਐਂਡ ਸਟ੍ਰੈਸ ਨਹੀਂ ਲੈਣਾ। ਆਈ ਡੋਂਟ ਨੋ ਸਟ੍ਰੈਸ ਵਰਡ ਆਇਆ ਹੀ ਕਿੱਥੋਂ ਹੈ। ਲਾਈਫ ਵਿੱਚ ਜੇ ਸਟ੍ਰੈਸ ਆ ਗਿਆ, ਦੈਨ ਤੁਸੀਂ ਉਸ ਇੱਕ ਥੱਲੇ ਆਉਣਾ ਸ਼ੁਰੂ ਹੋ ਜਾਓਗੇ। ਸੋ ਪੋਜ਼ਿਟਿਵ ਰਹਿਣਾ ਹੈ, ਸਮਾਈਲ ਕਰਦੇ ਰਹਿਣਾ ਹੈ, ਐਂਡ ਹਰ ਕੀ ਲੋਕੀ ਦੁਨੀਆ 'ਚ ਕੀ ਹੋ ਰਿਹਾ ਹੈ ਕੁਛ ਨਹੀਂ ਲੈਣਾ ਦੇਣਾ। ਆਪਣੀ ਲਾਈਫ ਨੂੰ ਇੰਪਰੂਵ ਕਰਨਾ ਹੈ, ਤੁਸੀਂ ਆਪਣੇ ਐਫਰਟਸ ਆਪਣੇ ਤੇ ਪਾਣੇ ਹੈ, ਸੈਲਫ ਲਵ, ਸੈਲਫ ਗਰੋਥ ਐਂਡ ਸੈਲਫ ਸਕਸੈਸ ਪਾਣਾ ਹੈ। ਸੋ ਇਹੀ ਮੈਸੇਜ ਹੈ ਕਿ ਸਮਾਈਲ, ਸਟੇ ਹੈਪੀ ਐਂਡ ਓਬਵੀਅਸਲੀ ਬੀ ਪੋਜ਼ਿਟਿਵ ਆਲਵੇਜ਼।
ਜੀ ਥੈਂਕ ਯੂ ਸੋ ਮਚ ਕਿ ਤੁਸੀਂ ਅੱਜ ਸਾਡੇ ਸਟੂਡੀਓ ਆਏ ਹੋ ਔਰ ਇੰਨੀਆਂ ਚੰਗੀਆਂ ਗੱਲਾਂ ਬਾਤਾਂ ਕੀਤੀਆਂ ਨੇ ਤੇ ਹੁਣ ਮੈਨੂੰ ਲੱਗਦਾ ਮਾਹੌਲ ਥੋੜਾ ਪੋਜ਼ਿਟਿਵ ਹੋ ਗਿਆ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਤੁਹਾਡਾ ਵੀ ਚੈਨਲ ਦਾ ਵੀ ਕਿ ਤੁਸੀਂ ਮੈਨੂੰ ਇੱਥੇ ਬੁਲਾਇਆ ਮੈਨੂੰ ਬਹੁਤ ਵਧੀਆ ਲੱਗਾ ਐਂਡ ਇਹਨੇ ਇਹ ਦੇਖੋ ਸਮਾਈਲਸ ਕਰਕੇ ਕਿੰਨੇ ਖਿਲੇ ਹੋਏ ਚਿਹਰੇ ਹੁਣ ਤੁਸੀਂ ਮੋਟੇ ਹੋ ਗਏ ਜਾਂ ਪਤਲੇ ਹੋ ਗਏ ਡਿਪੈਂਡ ਕਰਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸੋ ਇਸ ਦੇ ਨਾਲ ਹੀ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ ਅਗਲੇ ਐਪੀਸੋਡ ਦੇ ਵਿੱਚ ਇੱਕ ਨਵੇਂ ਚਿਹਰੇ ਦੇ ਨਾਲ ਫਿਰ ਤੋਂ ਮੁਲਾਕਾਤ ਹੋਵੇਗੀ ਉਦੋਂ ਤੱਕ ਦੇ ਲਈ ਤੁਸੀਂ ਸਾਡਾ ਪ੍ਰੋਗਰਾਮ ਦੇਖਦੇ ਰਹਿਣਾ ਹੈ ਤੇ ਨਾਲ ਹੀ ਨਾਲ ਪੰਜਾਬੀ ਨੈਸ਼ਨਲ ਟੀਵੀ ਦਾ YouTube ਚੈਨਲ ਐਂਡ Facebook ਪੇਜ ਲਾਈਕ ਕਰਨਾ ਬਿਲਕੁਲ ਨਹੀਂ ਭੁੱਲਣਾ ਹੁਣ ਮੈਨੂੰ ਯਾਨੀ ਕਿ ਪੂਜਾ ਸੰਧੂ ਤੇ ਦਵਿੰਦਰ ਮਾਨ ਜੀ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ